ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਤਰ ਕਰ ਤਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨਾ ਤੇ ਵੜਿਆ ਵੀ ਪਾਵੈ ਗਤ ਵਿਸ਼ਰਾਮ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨਹੁ ਇਕ ਦੀਨਾ ਦਿਓ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪੁਰਾਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਰਿੰਜਨੀ ਜੋਤ ਧੰਨ ਧੰਨ ਸਾਹਿਬ
श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी की महान बख्शिश कृपालता का सदका आप जी के परम पवित्र स्थान गुरुद्वारा श्री बेर साहिब जी विखे आप सारिया संगतां और प्रबंधक समूह सेवादार उद्यम करदियां होया जिथे हर रोज़ सतगुरु जी के अमृत वेले सोहने प्रकाश की सेवा, पंज बाणियां का नितनेम, श्री आसा जी की वारदा, कीर्तन हरजस और लड़ीवार गुरु शब्द की विचार, उत्थे विशेष तौर पर धन धन साहिब श्री गुरु नानक देव जी महाराज जी के विआह पुरब नूं समर्पित ये पवित्र गुरपुरब बटाला नगर की संगत, सुल्तानपुर लोधी और समूह संगतां प्यार वालियां हर साल की तरह इस साल भी श्रोमणी गुरुद्वारा प्रबंधक कमेटी, इत्थों के सेवादार, सारियां जथेबंदियां, सारियां संगतां रल मिल के गुरु महाराज के पावन चरनां च अरदास बेनती करदियां होइयां पंज प्यारे श्री गुरु ग्रंथ साहिब महाराज जी छत्र छाया हेठ ये सारा नगर कीर्तन गुरु महाराज को आशीर्वाद लैके अरदास श्री मुख वाक महाराज की बख्शिश प्राप्त करदियां होइयां आरंभ हुंदा है। और जिहड़ा फिर रूट संगत ने निश्चित किया होवे उहदे अनुसार ये नगर कीर्तन पहले श्री कंध साहब जाया करदा सी। गलियां कुछ तंग होने करके और जगह भी खुली ना होने करके उत्थों के प्रबंधकों ने गुरुद्वारा जो सतकरतारी आ उत्थे फिर नगर कीर्तन की संपूर्णता महाराज चरणों में अरदास करके होती है। सो इस साल भी संगत ने उद्यम प्रचार किया है। तो सारिया संगतां प्रति निमरता नाल बेनती है कि आप सियाणे हैं, जिवें अगे नगर कीर्तनां दे विच शरधा भगती दे नाल नियमबद्ध तरीके नाल जाते हैं और उस तरह महाराज की सवारी का सत्कार करदियां होइयां जिवें प्रबंधकों ने सारा प्लान बनाया हुंदा है उहदे मुताबिक ही जाने की कोशिश करनी, फूड मत के नाल नहीं। और जिहड़ी ट्रैफिक है आने जाने वाली उन्होंने भी रोक ना पवे ते नगर कीर्तन भी नियमबद्ध तरीके नाल जावे, किते जाम वगैरह ना लगे, फिर समय नाल चलिया जाए तो समय नाल पहुंचा भी जाता ते मुड़न का भी समय ना साधन बन जाता है। इस वास्ते आप सारे सियाणे हैं, नियम के और तरतीब दे विच सारिਆਂ ने जाना है। सो आओ प्यार दे नाल लड़ीवार कथा जो स्थान ते रोजाना आप जी सवेरे शाम गुर इतिहास अमृत वेले गुरबाणी की कथा सरवण करते हो। समा सफल बनाने वास्ते
ਜਲ ਪਾਣੀ ਛਕ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਜੋ ਔਰ ਵਿਚਾਰ ਸਰਵਣ ਕਰਕੇ ਸਮੇਂ ਨੂੰ ਸਫਲ ਬਣਾਈਏ। ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਬਾਣੀ ਭਗਤਾਂ ਕੀ। ਰਾਗ ਗੋਂਡ ਹੈ ਬਾਣੀ ਭਗਤਾਂ ਕੀ। ਭਗਤਾਂ ਦੀ ਬਾਣੀ ਗੁਰੂ ਮਹਾਰਾਜ ਦੀ ਬਾਣੀ ਨਾਲ ਅਭੇਦ ਕਰਕੇ ਲਿਖੀ ਗਈ ਹੈ। ਵੈਸੇ ਤਾਂ ਕੋਈ ਫਰਕ ਰੱਖਿਆ ਨਹੀਂ। ਜੇ ਸੰਕੇਤ ਨਾ ਦਿੰਦੇ ਫਿਰ ਇਹ ਨਹੀਂ ਸੀ ਪਤਾ ਲੱਗਣਾ ਕਿ ਕਿਹੜੇ ਕਿਹੜੇ ਭਗਤ ਨੇ ਬਾਣੀ ਉਚਾਰੀ ਹੈ ਔਰ ਕਿਹੜੇ ਕਿਹੜੇ ਭਗਤ ਮਹਾਰਾਜ ਨੂੰ ਪ੍ਰਵਾਨ ਹੋਏ ਆ। ਇਸ ਵਾਸਤੇ ਭਗਤਾਂ ਦੀ ਬਾਣੀ ਦਾ ਸਿਰਲੇਖ ਵੀ ਦਿੱਤਾ ਤੇ ਨਾਲ ਜਿਹੜੇ ਜਿਹੜੇ ਭਗਤ ਨੇ ਕਿਰਪਾ ਕੀਤੀ ਹੈ ਉਹਨਾਂ ਬਾਰੇ ਵੀ ਸਾਰਾ ਦਰਸਾਇਆ ਗਿਆ ਹੈ। ਇਸ ਵਾਸਤੇ ਰਾਗ ਗੋਂਡ ਹੈ ਬਾਣੀ ਭਗਤਾਂ ਦੀ। ਪਹਿਲਾਂ ਗੁਰੂ ਮਹਾਰਾਜ ਦੀ ਬਾਣੀ ਆਉਂਦੀ ਹੈ, ਉਹ ਤੋਂ ਬਾਅਦ ਫਿਰ ਇਹ ਭਗਤ ਬਾਣੀ ਜਿਹੜੀ ਹੈ ਲਿਖੀ ਜਾਂਦੀ ਹੈ। ਰਾਗ ਗੋਂਡ ਦੇ ਵਿੱਚ ਭਗਤਾਂ ਦੀ ਬਾਣੀ ਦੁਆਰਾ ਕਿਹੜੇ ਕਿਹੜੇ ਭਗਤ ਨੇ ਇਸ ਰਾਗ ਵਿੱਚ ਕਿਰਪਾ ਕੀਤੀ ਉਹਨਾਂ ਦੇ ਨਾਮ ਵੀ ਆ ਜਾਣਗੇ। ਭਗਤਾਂ ਦੀ ਬਾਣੀ ਆਰੰਭ ਕਰਦੇ ਹਨ। ਕਬੀਰ ਜੀ ਘਰ ਪਹਿਲਾ। ਕਿਹੜੇ ਭਗਤ ਦੇ ਮੁਖਾਰਬਿੰਦ ਤੋਂ ਇਹ ਵੀ ਇਸ਼ਾਰਾ ਦੇ ਦਿੱਤਾ। ਭਗਤ ਕਬੀਰ ਜੀ ਘਰ ਪਹਿਲਾ, ਪਹਿਲੇ ਘਰ ਦੇ ਵਿੱਚ। ਘਰ ਦਾ ਮਤਲਬ ਤਾਲ ਦੇ ਵਿੱਚ, ਕਿਉਂਕਿ ਰਾਗ ਤੇ ਤਾਲ ਦੋ ਚੀਜ਼ਾਂ ਹੁੰਦੀਆਂ। ਰਾਗ ਕਿਹੜਾ, ਤਾਲ ਕਿਹੜਾ, ਉਹ ਨਾਲ ਹੀ ਰਾਗੀ ਸਿੰਘਾਂ ਵਾਸਤੇ ਦੱਸਿਆ ਗਿਆ। ਇਸ ਕਰਕੇ ਪਹਿਲੇ ਘਰ ਦੇ ਵਿੱਚ ਕਿਰਪਾਲਤਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੂਲ ਸਿੰਚਨ ਨਿਆਇ ਰੀਤੀ ਦਾ ਮੰਗਲ ਕਰਦੇ। ਜਿਵੇਂ ਦਰੱਖਤ ਦੇ ਮੁੱਢ ਨੂੰ ਪਾਣੀ ਪਾ ਦਈਏ, ਉਹ ਸ਼ਾਖਾਂ ਟਾਹਣੀਆਂ ਫੁੱਲ ਫਤੇ ਸਾਰੇ ਪਹੁੰਚ ਜਾਂਦਾ ਨੇ। ਇਸ ਤਰ੍ਹਾਂ ਇੱਕ ਅਕਾਲ ਪੁਰਖ ਜੀ ਦਾ ਮੰਗਲ ਕਰ ਲਿਆ ਜਾਏ ਫਿਰ ਵਿੱਚ ਇਹ ਸਾਰੇ ਆ ਜਾਂਦੇ। ਜਿਵੇਂ ਹਿੰਦੂ ਮੱਤ ਵਿੱਚ ਤਾਂ ਜੁਦਾ ਜੁਦਾ ਨੇ। ਓਮ ਸ਼੍ਰੀ ਗਣੇਸ਼ਾਏ ਨਮੇ, ਗਣੇਸ਼ ਦਾ ਕਰ ਲਿਆ। ਓਮ ਸ਼੍ਰੀ ਜਾਨਕੀ ਬਲਵਾ ਸਵਾਹਾ, ਰਾਮਚੰਦਰ ਦਾ ਕਰ ਲਿਆ। ਜੁਦੇ ਜੁਦੇ ਬਾਕੀ ਦੇਵਤਿਆਂ ਦੇ ਜੁਦੇ ਜੁਦੇ ਹੈ। ਤੇ ਮਹਾਰਾਜ ਨੇ ਇੱਕ ਅਕਾਲ ਪੁਰਖ ਜੀ ਦਾ ਹੀ ਮੰਗਲਾਚਰਨ ਪੂਜਨ ਕੀਤਾ ਹੈ। ਉਹ ਅਕਾਲ ਪੁਰਖ ਕੈਸੇ ਹਨ? ਇੱਕ ਅਦਵੈਤ ਸਰੂਪ ਹਨ ਔਰ ਓਮਕਾਰ ਪ੍ਰਕਾਸ਼ ਰੂਪ ਹਨ, ਮੰਗਲ ਸਰੂਪ ਹਨ, ਖੁਸ਼ੀਆਂ ਦੇਣ ਵਾਲੇ। ਉਹਨਾਂ ਦੀ ਪ੍ਰਾਪਤੀ ਕੈਸੇ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਮ ਕਈ ਪ੍ਰਸ਼ਾਦ ਫੜ ਜਾਂਦੇ ਨੇ। ਪ੍ਰਸ਼ਾਦ ਹੁੰਦਾ ਫੁੱਲੀਆਂ, ਮਖਾਣੇ, ਮਿਸਰੀ ਜਾਂ ਕੜਾਹ ਪ੍ਰਸ਼ਾਦ ਹੈ। ਪ੍ਰਸਾਦ ਨਾਮ ਇੱਥੇ ਹੈ ਕਿਰਪਾ ਦਾ। ਇਸ ਵਾਸਤੇ ਬਿੰਦੀ ਨਹੀਂ ਲਾਉਣੀ ਚਾਹੀਦੀ। ਪ੍ਰਸਾਦ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ
ਇੱਕ ਓੰਕਾਰ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੰਤ ਮਿਲੈ ਕਿਸ ਸੁਣੀਐ ਕਹੀਐ। ਕਿਉਂਕਿ ਮਹਾਂਪੁਰਖਾਂ ਦੇ ਕੋਲ ਜੁਦੀਆਂ ਜੁਦੀਆਂ ਸੰਗਤਾਂ ਆਉਂਦੀਆਂ, ਉਹਨਾਂ ਦੇ ਆਪੋ ਆਪਣੇ ਸ਼ੰਕੇ ਵੀ ਹੁੰਦੇ ਆ, ਪ੍ਰਸ਼ਨ ਵੀ ਹੁੰਦੇ ਆ। ਕਬੀਰ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਬਚਨ ਵਿਲਾਸ ਕਿਹਦੇ ਨਾਲ ਕਰਨਾ ਚਾਹੀਦਾ, ਕਿਹਦੇ ਨਾਲ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਸੰਤ ਮਿਲੈ ਕਛ ਸੁਣੀਐ ਕਹੀ। ਜੇ ਤਾਂ ਸੰਤ ਮਹਾਂਪੁਰਖ ਬੰਦਗੀ ਵਾਲਾ, ਭਜਨ ਵਾਲਾ, ਜਿਹਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਹੋਇਆ, ਉਹੋ ਜਿਹਾ ਪੁਰਸ਼ ਮਿਲ ਜਾਏ, ਉਹਦੇ ਨਾਲ ਕੁਝ ਬਚਨ ਕਰੀਏ, ਕੁਝ ਸੁਣੀਏ। ਕਿਉਂਕਿ ਉਹਨਾਂ ਨਾਲ ਬਚਨ ਕਰਾਂਗੇ ਅਤੇ ਫਿਰ ਸਾਨੂੰ ਹਰ ਪੱਖ ਦਾ ਅਧਿਆਤਮਿਕ ਤੌਰ 'ਤੇ ਰੂਹਾਨੀਅਤ ਦੇ ਭੇਦ ਮਿਲਣਗੇ, ਦੁਨਿਆਵੀ ਤੌਰ 'ਤੇ ਵਿਵਹਾਰ ਦੀ ਵੀ ਰੀਤੀ ਮਿਲੇਗੀ, ਅਤੇ ਸੰਸਾਰ ਵਿੱਚ ਕਿਵੇਂ ਵਿਚਰਨਾ ਸ਼ੁਭ ਸਿੱਖਿਆ ਮਿਲੇਗੀ। ਅਤੇ ਸੰਤ ਦੇ ਆਪੋਜਿਟ ਹੈਗਾ ਅਸੰਤ। ਗੁਰਮੁਖ ਕਹਿ ਲਓ, ਮਨਮੁਖ ਕਹਿ ਲਓ, ਗੱਲ ਤਾਂ ਇੱਕੋ ਹੀ ਆ। ਇਸ ਵਾਸਤੇ ਜੇ ਅਸੰਤ ਅਨਾੜੀ ਕਦੇ ਨਾ ਬੂਝਿਆ, ਉਹੋ ਜਿਹਾ ਮਿਲ ਜਾਣ, ਉਹਨੇ ਐਵੇਂ ਮਗਜ਼ਖੋਰੀ ਕਰਨੀ, ਬਤੰਡਾਵਾਦ ਕਰਨਾ, ਹਿੰਡ ਕਰੀ ਜਾਣੀ, ਜਿੱਦ ਕਰੀ ਜਾਣੀ ਹੈ, ਔਰ ਬਹਿਸ ਮੁਬਾਸਾ ਕਰਨਾ, ਪਾਣੀ ਰਿੜਕਣਾ, ਨਿਕਲਣਾ ਤਾਂ ਕੁਝ ਹੈ ਨਹੀਂ। ਉਹ ਸਮਾਂ ਜਿਹੜਾ ਆ ਫਜ਼ੂਲ ਵਿਅਰਥ ਚਲੇ ਜਾਂਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜੇ ਤੁਹਾਨੂੰ ਕੋਈ ਬਚਨ ਵਿਲਾਸ ਕਰਨ ਦਾ ਬੇਲ ਮਿਲੇ ਜਾਂ ਸਮਾਂ ਮਿਲੇ, ਸੰਤ ਮਿਲੈ ਕਿਛ ਸੁਣੀਐ ਕਹੀ। ਜੇ ਸੰਤ ਮਹਾਂਪੁਰਖ ਮਿਲ ਜਾਣ, ਉਹਨਾਂ ਨਾਲ ਕੁਝ ਬਚਨ ਕਹੀਏ ਜਾਂ ਕੁਝ ਸੁਣੀਏ, ਉਹਦੇ 'ਚ ਬੜਾ ਭਾਰੀ ਲਾਭ ਪ੍ਰਾਪਤ ਹੁੰਦਾ ਹੈ। ਮਿਲੈ ਅਸੰਤ ਮਸਟ ਕਰ ਰਹੀਐ। ਜੇ ਸੰਤ ਮਿਲ ਜਾਏ ਨਾ ਤੇ ਮਸਤ ਹੋ ਕੇ ਰਹੀ, ਉੱਥੇ ਬਚਨ ਵਿਲਾਸ ਨਾ ਕਰੀਏ, ਐਵੇਂ ਸਮਾਂ ਵਿਅਰਥ ਨਾ ਹੋਈਏ। ਕਈ ਵਾਰੀ ਇਨਸਾਨ ਇਹੋ ਜਿਹਾ ਮਿਲ ਜਾਂਦੇ, ਮੱਲੋ ਮੱਲੀ ਗੱਲ ਕਹਿਣਗੇ, ਬਹਿਸ ਕਰੀ ਜਾਣਗੇ। ਇਨਸਾਨ ਕਹਿੰਦਾ ਵੀ ਕਿੱਥੇ ਅੱਜ ਫਸ ਗਿਆ, ਸਾਰਾ ਸਮਾਂ ਹੀ ਵਿਅਰਥ ਹੁਆ। ਇਹਦਾ ਘਰ ਦਾ ਕਾਰੋਬਾਰ ਉਹ ਨਾ ਕਰ ਸਕੇ, ਕੋਈ ਭਜਨ ਬਾਣੀ ਜਾਂ ਕੋਈ ਹੋਰ ਕਿਰਿਆ ਨਹੀਂ ਕਰ ਸਕੇ, ਕਿਹੋ ਜਿਹਾ ਦਿਨ ਚੜ੍ਹਿਆ। ਇਸ ਤਰ੍ਹਾਂ ਕਈ ਵਾਰੀ ਰਿਸ਼ਤੇਦਾਰ ਇਹੋ ਜਿਹਾ ਆ ਜਾਂਦੇ ਆ, ਉਹਨਾਂ 'ਚ ਵੀ ਸਾਰੇ ਗੁਰਮੁਖ ਤਾਂ ਹੁੰਦੇ ਨਹੀਂ। ਹੁਣ ਆਇਆਂ ਨੂੰ ਮਾੜਾ ਮੋਟਾ ਜੀ ਆਇਆਂ ਕਰਨਾ ਹੀ ਪੈਂਦਾ, ਸਮਾਜ 'ਚ ਰਹਿੰਦੇ, ਪਰ ਬੰਦਾ ਕਹਿੰਦਾ ਵੀ ਅੱਜ ਕਿਹੋ ਜਿਹਾ ਆ ਗਿਆ ਹੀ ਨਹੀਂ, ਸਾਰਾ ਸਮਾਂ ਵਿਅਰਥ ਹੁਆ। ਤਾਂ ਕੋਈ ਮਿੱਤਰ ਸੱਜਣ ਵੀ ਕਈ ਤਰ੍ਹਾਂ ਦੇ ਹੁੰਦੇ ਆ। ਸੋ ਇਸ ਵਾਸਤੇ ਕਹਿੰਦੇ ਵੀ ਮਿਲੈ ਅਸੰਤ। ਜੇ ਅਸੰਤ ਮਿਲ ਜਾਏ ਨਾ, ਤਰੀਕਾ ਵੀ ਇਹ ਹੈ ਕਿ ਉਹਨਾਂ ਨਾਲ ਬਹੁਤਾ ਬਚਨ ਵਿਲਾਸ ਨਾ ਕਰੇ, ਕਿ ਕਿਸੇ ਢੰਗ ਨਾਲ ਜਲ ਪਾਣੀ ਛਕਾ ਕੇ ਉੱਤੋਂ ਲੜ ਛਡਾਏ। ਮਿਲੈ ਅਸੰਤ। ਜੇ ਅਸੰਤ ਮਿਲ ਜਾਏ, ਮਸਤ ਕਰ ਰਹੀਏ, ਮਸਤ ਹੋ ਕੇ ਰਹੀਏ, ਆਪਣੇ ਸਮੇਂ ਨੂੰ ਵਿਅਰਥ ਨਾ ਗਵਾਉਣਾ ਕਰੀਏ। ਅਤੇ ਜੇ ਤਾਂ ਉਹ ਸਿੱਖਿਆ ਸਮਝਣ ਵਾਲਾ ਹੋਵੇ ਤਾਂ ਠੀਕ ਹੈ, ਅਤੇ ਜੇ ਸਮਝਣ ਵਾਲਾ ਨਹੀਂ, ਅਤੇ ਜਿਹੜਾ ਸਮਾਂ ਉਹ ਵਿਅਰਥ ਨਾ ਹੋਵੇ। ਸੰਤ ਸੁੱਚਾ ਸਿੰਘ ਜੀ, ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਪੋਤੀ ਮਰਦਾਨ ਵਾਲਿਆਂ ਦੇ ਉਹ ਸੇਵਾਦਾਰ ਸੀ। ਉਹ ਉੱਥੇ ਭਜਨ ਬਾਣੀ ਕਰਦੇ ਸੀ। ਉਹ ਸੇਵਾਦਾਰ ਨੂੰ ਕਹਿੰਦੇ ਵੀ ਜੇ ਕੋਈ ਸੰਤਾਂ ਦੀ ਸੰਗਤ ਦਾ ਬੰਦਾ ਆ ਜਾਏ ਅਤੇ ਮੈਨੂੰ ਮਿਲਾ ਦੇਣਾ, ਨਹੀਂ ਤਾਂ ਫਿਰ ਟਾਲਾ ਕਰ ਦੇਣਾ। ਉਹ ਵਿਚਾਰਾ ਭੋਲਾ ਸੀ, ਉਹਨੂੰ ਉੱਥੇ ਨੇੜੇ ਡੰਗਰ ਡੁੰਗਰ ਚਾਰਨੇ, ਸੰਤਾਂ ਨੇ ਭਜਨ ਕਰਨਾ। ਕੋਈ ਇੱਕ ਦਿਨ ਕੋਈ ਬਿਹਾਰੀ ਬੰਦੇ ਆ ਗਏ, ਅੱਗੇ ਹੋਤੀ ਮਰਦਾਨ ਵਾਲੇ ਸੰਤਾਂ ਨੂੰ ਮਿਲਣਾ। ਉਹਨੇ ਕਿਹਾ ਵੀ ਸੰਤਾਂ ਨੇ ਮੈਨੂੰ ਇਹ ਗੱਲ ਕਹੀ ਸੀ। ਉਹ ਲੈ, ਉਹ ਵਪਾਰੀ ਬਿਹਾਰੀ ਬੰਦੇ ਸੀ, ਹੁਣ ਜਾਣਦੇ ਤਾਂ ਸੀਗੇ। ਉਹ ਆ ਕੇ ਜਿਉਂ ਲੱਗੇ ਇੱਧਰ ਉੱਧਰ ਦੀਆਂ ਗੱਲਾਂ, ਸਮਾਂ ਪੂਰਾ ਕੀਤਾ। ਕਹਿੰਦੇ ਇੱਧਰ ਆ ਗਿਆ। ਕਹਿੰਦੇ ਆ ਪਾਣੀ 'ਚ ਚਿਹਰਾ ਦੀਦਾ,
ਕਹਿੰਦੇ ਦੀਦਾ ਜੀ, ਕਹਿੰਦੇ ਮੱਝਾਂ ਵਿੱਚ ਵਾੜ ਦਿੱਤੀਆਂ। ਉਹ ਮੱਝਾਂ ਛੱਪੜ 'ਚ ਵਾੜ ਦਿੱਤੀਆਂ। ਉਹ ਜਿਹੜੇ ਮੱਝਾਂ ਵਿੱਚ ਬੜੀਆਂ, ਪਾਣੀ ਗੁਜ਼ਲ ਗਿਆ, ਗੰਦਲਾ ਹੋ, ਕਹਿੰਦੇ ਹੁਣ ਚਿਹਰਾ ਦੀਦਾ? ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਤੈਨੂੰ ਇਹੀ ਕੁਛ ਕੀਤਾ, ਅਸੀਂ ਬੜਾ ਉਹਨਾਂ ਭਜਨ ਕਰਦੇ ਸੀ, ਤੈਨੂੰ ਕਿਹਾ ਸੀ ਵੀ ਜਿਹੜੇ ਸੰਤਾਂ ਦੇ ਕੋਈ ਸੇਵਾਦਾਰ ਹੁਣ ਉਹ ਮਿਲਾਉਣੇ, ਅਤੇ ਤੂੰ ਉਹ ਜਿਹਾ ਵਪਾਰੀ ਬਿਹਾਰੀ ਬੰਦੇ ਲਿਆ ਕੇ ਸਾਡੇ ਮੱਥੇ ਲਾ ਦਿੱਤੇ। ਅਸੀਂ ਆਪਣਾ ਭਜਨ ਕਰਦੇ ਸੀ, ਹੁਣ ਜੋ ਮੱਝਾਂ ਗਾਈਆਂ ਵੜ ਗਈਆਂ ਨਾ, ਪਾਣੀ ਗੰਦਲਾ ਹੋ ਗਿਆ, ਚਿਹਰਾ ਨਜ਼ਰ ਨਹੀਂ ਆਉਂਦਾ। ਕਹਿੰਦੇ ਹੁਣ ਇਹੋ ਜਿਹਾ ਖਿਆਲ ਅੰਦਰ ਵੜ ਗਿਆ, ਸਾਨੂੰ ਹੁਣ ਕਾਫੀ ਸਮਾਂ ਲਾਉਣਾ ਪੈਣਾ, ਹਾਂਜੀ, ਮਨ ਨੂੰ ਪਹਿਲੀ ਅਵਸਥਾ 'ਚ ਲਿਆਉਣ ਵਾਸਤੇ। ਇਸ ਤਰ੍ਹਾਂ ਕਈ ਵਾਰੀ ਇਹੋ ਜਿਹਾ ਮਿਲ ਜਾਂਦੇ ਆ, ਉਹ ਫਿਰ ਬੜਾ ਵਿਘਨ ਪਾ ਦਿੰਦੇ ਆ। ਇਸ ਕਰਕੇ ਕਹਿੰਦੇ ਜੇ ਹੋਵੇ ਉਹਨਾਂ ਨੂੰ ਫਿਰ ਬਚਨ ਵਾਲਾ ਆਸ ਨਾ ਕਰੇ, ਮਸਤ ਹੋ ਕੇ ਸਮਾਂ ਪਾਸ ਕਰ ਲੈ। ਕਿ ਕਿਉਂ ਗੱਲਾਂ ਬਾਤਾਂ ਕਰਾਂਗੇ, ਕੋਈ ਇਹੋ ਜਿਹੀ ਬੇਰਸੀ ਵਾਲੀ ਗੱਲ ਕਰਤੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ, ਜਾਂ ਕੋਈ ਨਿੰਦਿਆ ਚੁਗਲੀ ਵਾਲੀ ਗੱਲ ਕਰਤੀ ਹੈਂ, ਉਹਦੇ ਨਾਲ ਮਨ 'ਤੇ ਸੰਸਕਾਰ ਜਿਹੜੇ ਆ, ਜਿਹੜਾ ਤਾਂ ਬੰਦਾ ਨਿਤਨੇਮ ਭਜਨ ਕਰਦਾ ਉਹਨੂੰ ਪਤਾ ਲੱਗਦਾ ਬਹੁਤ ਰੁਕਾਵਟ ਪੈਂਦੀ ਹੈ। ਕਿਉਂਕਿ ਚਿੱਟਾ ਕੱਪੜਾ ਥੋੜ੍ਹੀ ਜਿਹੀ ਕਾਲਖ ਨਜ਼ਰ ਆਉਂਦੀ, ਅਤੇ ਜੇ ਕਾਲਾ ਆ ਉੱਥੇ ਤਾਂ ਨਜ਼ਰ ਨਹੀਂ ਆਉਂਦੀ। ਜੇ ਉਹੋ ਜਿਹਾ ਹੀ ਹੈ ਕਰਨ ਵਾਲਾ, ਇਹਦਾ ਸਰਸਰ ਆ ਜਾਂਦਾ ਕਿ ਇੱਕੋ ਜਿਹਾ ਰਲ ਗਿਆ। ਅਤੇ ਜੇ ਕੋਈ ਹੋਵੇ ਭਜਨ ਬਾਣੀ ਵਾਲਾ, ਨਿਤਨੇਮ ਵਾਲਾ, ਉਹਨੂੰ ਬੜਾ ਭਾਰੀ ਵਿਘਨ ਪੈਂਦਾ। ਬਾਣੀ ਪੜ੍ਹਨ ਦਾ ਵੀ ਸਮਾਂ ਗਵਾਤਾ, ਅਤੇ ਅੰਦਰ ਜਿਹੜੇ ਉਹ ਸੰਸਕਾਰ ਜਾ ਵੜੇ, ਉਹ ਵੀ ਭਜਨ 'ਚ ਰੁਕਾਵਟ ਪਾਉਂਦੇ ਹਨ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਿ ਮਿਲੇ ਅਸੰਤ। ਜੇ ਅਸੰਤ ਮਿਲ ਜਾਏ ਨਾ, ਮਸ਼ ਕਰੇ, ਜਾਂ ਤਾਂ ਉੱਥੋਂ ਕਿਨਾਰਾ ਕਸ਼ੀ ਕਰ ਲਈਏ ਬਹਾਨਾ ਬਣਾ ਕੇ, ਅਤੇ ਜੇ ਐਸਾ ਸਮਾਂ ਤੇ ਨਹੀਂ ਨਿਕਲ ਸਕਦੇ ਤਾਂ ਉੱਥੇ ਫਿਰ ਚੁੱਪ ਹੀ ਰਹੀਏ, ਉਹਨਾਂ ਨਾਲ ਬਚਨ ਵਿਲਾਸ ਨਾ ਕਰੀਏ। ਬਾਬਾ ਬੋਲਣਾ ਕਿਆ ਕਹੀਏ। ਬਾਬਾ ਹੈ ਭਾਈ, ਮਨਮੁਖਾਂ ਨਾਲ ਬੋਲਣਾ ਕੀ ਕਹੀਏ। ਮਨਮੁਖ ਨਾਲ ਬੋਲਣ ਨਾਲ ਜਾਂ ਗੁਰੂ ਦੀ ਨਿੰਦਿਆ ਕਰੂਗਾ, ਜਾਂ ਗੁਰਬਾਣੀ 'ਤੇ ਕਿੰਤੂ ਕਰੂਗਾ, ਜਾਂ ਰਹਿਤ ਮਰਜ਼ਾਦਾ 'ਤੇ ਕਰੂ, ਜਾਂ ਗੁਰੂ ਕੇ ਨਿਸ਼ਾਨ ਧਾਮ 'ਤੇ, ਜਾਂ ਪੰਥ ਸੰਗਤ ਪ੍ਰਤੀ ਕੋਈ ਪੁੱਠੀ ਗੱਲ ਕਰੇਗਾ। ਇਸ ਕਰਕੇ ਬਾਬਾ ਬੋਲਣਾ ਕਿਆ ਕਹੀਏ। ਇਹੋ ਜਿਹਾ ਮਨਮੁਖ ਲੋਕਾਂ ਨਾਲ ਬੋਲਣਾ ਨਾ ਕਰੀਏ, ਹਾਂਜੀ। ਨਾ ਇਹਨਾਂ ਨੂੰ ਕੋ ਕਹੋ ਅਤੇ ਨਾ ਇਹਨਾਂ ਨਾਲ ਗੱਲ ਕਰੋ, ਕਿਉਂਕਿ ਉਹ ਸਮਾਂ ਵਿਅਰਥ ਗਾਉਣਗੇ ਔਰ ਮਨ ਦੇ ਵਿੱਚ ਕੋਈ ਨਾ ਕੋਈ ਕਲੇਸ਼ ਪੈਦਾ ਕਰ ਦੇਣਗੇ। ਇਸ ਕਰਕੇ ਜਿਹੜੇ ਐਸੇ ਦੇ ਅਰਦਾਸ ਕਰੀਦੇ ਹਨ ਕਿ ਮਹਾਰਾਜ ਗੁਰਮੁਖਾਂ ਦੀ ਸੰਗਤ ਬਖਸ਼ੋ, ਮਨਮੁਖਾਂ ਦੇ ਮੇਲ ਤੋਂ ਬਚਾਓ। ਅਤੇ ਮਹਾਰਾਜ ਨੇ ਵੀ ਕਿਹਾ ਨਾ, ਮੇਰੇ ਮੋਹਨ ਸਰਬਨ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਸ ਕਰਕੇ ਭਰਤੀ ਨੇ ਵੀ ਕਿਹਾ ਖਲ ਜਨੋਂ ਕੇ ਬਚਨ ਪਰੇ ਨਾ ਕਰਨ ਮਝਾਰ। ਕਹਿੰਦੇ ਜਿਹੜੇ ਐਸੇ ਮੂਰਖ ਲੋਕ ਆ, ਉਹਨਾਂ ਦੇ ਬਚਨ ਸਾਡੇ ਕੰਨ 'ਚ ਨਾ ਪੈਣ, ਕਿਉਂਕਿ ਜਿਹੜੇ ਕੰਨ ਆ 75% ਅੰਦਰ ਗੱਲਾਂ ਲਿਜਾਂਦੇ ਨੇ, ਅਤੇ 15% ਅੱਖਾਂ ਅਤੇ ਮੂੰਹ ਰਾਹੀਂ ਘੱਟ ਜਾਂਦੇ ਆ, ਕੰਨਾਂ ਰਾਹੀਂ ਜ਼ਿਆਦਾ ਜਾਂਦੇ ਨੇ। ਇਸ ਕਰਕੇ ਕਹਿੰਦੇ ਵੀ ਜਿਹੜੇ ਮੂਰਖ ਲੋਕ ਆ, ਇਹਨਾਂ ਦੀਆਂ ਗੱਲਾਂ ਵੀ ਕੰਨਾਂ 'ਚ ਨਾ ਪੈਣ। ਅਤੇ ਤੁਲਸੀ ਨੇ ਤਾਂ ਇੱਥੇ ਦੇ ਕਿਹਾ ਜਿਹੜੇ ਕੰਨਾਂ ਨਾਲ ਬਾਣੀ ਨਹੀਂ ਸੁਣਦੇ, ਅਤੇ ਸਰਵਣ ਅਹੀਰੰਦਰ ਸੁਮੰਨਾ, ਕਹਿੰਦੇ ਉਹ ਕੰਨ ਨਹੀਂ, ਉਹ ਤਾਂ ਸੱਪ ਦੀਆਂ ਖੁੱਡਾਂ ਹੀ, ਜਿਹੜੇ ਬਾਣੀ ਨਹੀਂ ਸੁਣਦੇ, ਗੁਰੂ ਦਾ ਜਸ ਨਹੀਂ ਸੁਣਦੇ। ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਬਾਬਾ ਬੋਲਣਾ ਕਿ ਕਹੀਏ, ਹਾਂਜੀ। ਇਹਨਾਂ ਮਨਮੁਖਾਂ ਨਾਲ ਬੋਲਣ ਦੀ ਕਿਹੜੀ ਗੱਲ ਕਰੀਏ, ਇਹਨਾਂ ਨਾਲੋਂ ਚੁੱਪ ਹੀ ਭਲੀ ਹੈ। ਜੈਸੇ ਰਾਮ ਨਾਮ ਰਵ ਰਹੀਐ। ਕਿਵੇਂ ਵੀ ਹੋਵੇ, ਆਪਣੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਰਮਿਆ ਹੋਇਆ ਜਿਹੜਾ ਰਾਮ, ਉਹਦੇ ਜਸ ਨੂੰ, ਉਹਨੂੰ ਵਿਆਪਕ ਜਾਣ ਕੇ ਉਹਦਾ ਜਸ ਹੀ ਉਚਾਰਨ ਕਰਦੇ ਰਹੀਏ, ਬਾਣੀ ਪੜ੍ਹਦੇ ਰਹੀਏ। ਬਹੁਤ ਸਾਰੇ ਮਹਾਂਪੁਰਖ ਆ, ਉਹ ਘੱਟ ਵਚਨ ਕਰਦੇ ਨੇ। ਇੱਕ ਤਾਂ ਕਾਸ਼ਟ ਮੌਨ ਆਉਂਦਾ, ਜਿਵੇਂ ਲੱਕੜ ਆ, ਇੱਕ ਜੜ ਮੌਨ ਆ, ਜਿਵੇਂ ਪੱਥਰ ਆ।
ਇੱਕ ਗੁੰਗ ਮੋਨ ਹੈ, ਜਿਵੇਂ ਪਸ਼ੂ ਹੈਗੇ ਆ, ਇੱਕ ਗਿਆਨ ਮੋਨ ਹੈ, ਕਿਉਂਕਿ ਲੋੜ ਅਨੁਸਾਰ ਬਚਨ ਕਰਨੀ, ਬਿਨਾਂ ਮਤਲਬ ਗੱਲ ਨਹੀਂ ਕਰਨੀ। ਉਹ ਜਿਹੜੇ ਮਹਾਂਪੁਰਖ ਨੇ ਨਿਯਮ ਬਣਾਇਆ, ਟਾਈਮ ਨਾਲ ਮਿਲਣਾ, ਟਾਈਮ ਨਾਲ ਆਪਣਾ ਸਾਰੀ ਕਿਰਿਆ ਕਰਨੀ, ਆਪਣਾ ਸਮਾਂ ਜਿਹੜਾ ਬਹੁਤਾ ਤਾਂ ਸੰਗਤ ਵਿੱਚ ਹੀ ਬਤੀਤ ਕਰਨਾ। ਇਸ ਵਾਸਤੇ ਕਹਿੰਦੇ ਆ ਕਿ ਰਾਮ ਨਾਮ ਰਵ ਰਹੀਏ, ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰੀਏ, ਉਹਨੂੰ ਵਿਆਪਕ ਜਾਣ ਕੇ ਉਹਦੀ ਚੇਤਨ ਸੱਤਾ ਹਰ ਵੇਲੇ ਅੰਤਰਾਤਮੇ ਉਹਦਾ ਸਿਮਰਨ, ਉਹਦੀ ਯਾਦ, ਉਹਦੇ ਧਿਆਨ, ਉਹਦਾ ਜਸ ਉਚਾਰਨ ਕਰਦੇ ਰਹੀਏ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾਲਤਾ ਕਰਦੇ ਹਨ। ਸੰਤਨ ਸਿਉ ਬੋਲੇ ਉਪਕਾਰੀ। ਕਹਿੰਦੇ ਸੰਤਾਂ ਨਾਲ ਬਚਨ ਕਰਾਂਗੇ ਨਾ ਤੇ ਪਰਉਪਕਾਰ ਦੀ ਗੱਲ ਹੋਏ, ਤੇ ਜੇ ਮਨਮੁਖਾਂ ਨਾਲ ਕਰਾਂਗੇ ਉਹ ਅਪਕਾਰ ਬੁਰਾ ਕਰਨ। ਉਹ ਜਿਵੇਂ ਕੋਈ ਮਨਮੁਖ ਸੀ ਤੇ ਉਹ ਸ਼ਿਵ ਜੀ ਦੀ ਤਪੱਸਿਆ ਕਰਨ ਲੱਗ ਪਿਆ, ਤੇ ਪਾਰਵਤੀ ਕਹਿੰਦੀ ਮਹਾਰਾਜ ਨੂੰ ਕੁਝ ਦੇ ਦਿਓ। ਕਹਿੰਦੇ ਦੇਣ ਦੇ ਲਾਇਕ ਨਹੀਂ, ਇਹ ਮਨਮੁਖ ਹੈ, ਇਹਨੂੰ ਬੁਰਾ ਹੀ ਕਰਨਾ। ਕਹਿੰਦੇ ਨਹੀਂ ਮਹਾਰਾਜ, ਇਹਦਾ ਬੜਾ ਪ੍ਰੇਮੀ। ਕਹਿੰਦੇ ਦੇ ਲਓ। ਉਹਨੇ ਇੱਕ ਸੰਤ ਦੇ ਦਿੱਤਾ, ਚੌਂਕੀ ਦੇ ਰੱਖ ਕੇ ਧੂਪ ਬੱਤੀ ਕਰਕੇ ਨਾ ਸੰਤ ਭਗਵਾਨ ਹੈ ਤੇ ਇਉਂ ਮੰਗਣਾ। ਕੀ ਮੰਗਿਆ ਕਰੇਗਾ? ਕਹਿੰਦਾ ਮੈਨੂੰ ਇੱਕ ਗੁਣਾ ਮਿਲੇ, ਗੁਆਂਢੀ ਨੂੰ 2 ਗੁਣਾ ਮਿਲੇ। ਤੇ ਉਹਨੂੰ ਹੁਣ ਕੀ ਕੀਤਾ? ਸ਼ੁਰੂ ਕਰ ਲਿਆ ਕੰਮ। ਸੰਤ ਭਗਵਾਨ ਕਹਿੰਦੇ ਹਾਂਜੀ। ਕਹਿੰਦੇ ਮੇਰੇ ਘਰ ਦੇ ਮੂਹਰੇ ਇੱਕ ਖੂਹ ਲੱਗ ਜਾ, ਗੁਆਂਢੀ ਦੇ 2 ਲੱਗਣੇ ਸੀ। ਫੇਰ ਦੂਏ ਦਿਨ ਬਹਿ ਗਿਆ। ਪਾਰਵਤੀ ਕਹਿੰਦੇ ਦੇਖੋ ਮਹਾਰਾਜ ਕਿੱਡਾ ਪ੍ਰੇਮੀ। ਕਹਿੰਦੇ ਹੱਲ ਦੇਖ ਲਾ ਇਹਦੇ ਲੱਛਣ, ਦੇਖ ਕੀ ਕਰਦਾ ਹੈ। ਦੂਏ ਦਿਨ ਸੰਤ ਭਗਵਾਨ ਮੇਰੀ ਇੱਕ ਅੱਖ ਖਾਣੀ ਹੋ ਜਾਏ, ਤੇ ਗੁਆਂਢੀ ਅੰਨਾ ਹੋਣਾ ਹੀ ਸੀ। ਜੇ ਅੰਨਾ ਹੋਇਆ ਤਾਂ ਕੁਝ ਡਿੱਗਣਾ ਹੀ ਆ। ਕਹਿੰਦੇ ਜਿਹੜੇ ਮਨ ਕਹਿੰਦੇ ਹੁਣ ਕਿਵੇਂ? ਕਹਿੰਦੇ ਹੁਣ ਤੂੰ ਚਲਿੱਤਰੀ ਜਿਹੀ ਲਗਾ ਦੇ, ਬੀਬੀਆਂ ਵੀ ਕਰ ਲੈਂਦੀਆਂ ਹੁੰਦੀਆਂ। ਹੁਣ ਸੰਗ ਦੇ ਸਾਨੂੰ ਕੋਟ ਸੰਗ ਹੈਂ, ਇਸ ਤਰ੍ਹਾਂ ਹੀ ਬੇਨਤੀ ਕਰਨੀ। ਹੁਣ ਕਹਿ ਦੇਣਾ ਕਰਨਾ ਕੁਛ ਨਾ, ਇਹ ਖਹਿੜਾ ਛੜਾ। ਕਹਾਣੀ ਸੱਚੀ ਹੋਵੇ ਝੂਠੀ ਹੋਵੇ, ਭਾਵ ਲੈਣਾ ਕਿ ਜਿਹੜਾ ਮਨਮੁਖ ਆ ਉਹਦੀ ਸੋਚ ਇਸ ਤਰ੍ਹਾਂ ਦੀ ਹੁੰਦੀ, ਦੂਏ ਦਾ ਬੁਰਾ ਹੀ ਕਰਨਾ। ਅਤੇ ਜਿਹੜਾ ਸੰਤ ਬੰਦਾ ਉਹ ਹਰੇਕ ਦਾ ਭਲਾ ਕਰੇਗਾ। ਹਾਂਜੀ, ਸਭ ਦਾ ਉੱਤਮ ਪੁਰਸ਼ ਜਿਹੜਾ ਆ ਆਪ ਦੁੱਖ ਝੱਲ ਕੇ ਵੀ ਦੂਏ ਦਾ ਭਲਾ ਕਰਦਾ। ਮੱਧਮ ਆਪਣਾ ਭਲਾ ਵੀ ਚਾਹੁੰਦਾ, ਦੂਏ ਦਾ। ਕਨਿਸ਼ਟ ਜਿਹੜਾ ਹੁਣ ਆਪਣਾ ਚਾਹੁਣਾ ਦੂਏ ਦਾ, ਜਿਹੜਾ ਕਨਿਸ਼ਟ ਤੇ ਹੋਰ ਆਦਮ ਬੰਦਾ ਉਹਨੂੰ ਬੁਰਾ ਹੀ ਕਰਨਾ, ਉਦੋਂ ਕਦੀ ਭਲਾ ਨਹੀਂ ਹੋਣਾ। ਇਸ ਵਾਸਤੇ ਕਹਿੰਦੇ ਜਿਹੜਾ ਸੰਤ ਮਹਾਂਪੁਰਸ਼ ਹੈ, ਹਾਂਜੀ, ਉਹਨਾਂ ਦੀ ਬਿਰਤੀ ਐਸੀ ਹੁੰਦੀ ਹੈ, ਉਹ ਹਰ ਵੇਲੇ ਪਰਉਪਕਾਰ ਹੀ ਕਰਦੇ ਹਨ। ਪਰਉਪਕਾਰ ਨਿਤ ਚਿਤ ਵਧੇ, ਨਾ ਹੀ ਕਛ ਪੋਚ। ਜਨਮ ਮਰਨ ਦੁਖ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲੈਣ, ਹਰ ਸੋ ਲੈਣ ਮਿਲਾਏ। ਉਹਨਾਂ ਦੀ ਬਿਰਤੀ ਪਰਉਪਕਾਰ ਵਾਲੀ ਹੁੰਦੀ ਹੈ, ਉਹ ਪਰਉਪਕਾਰ ਹੀ ਕਰਦੇ ਹਨ। ਮੂਰਖ ਸਿਉ ਬੋਲੇ ਚੱਕ ਮਾਰੀ। ਬਸ ਮੂਰਖਾਂ ਨਾਲ ਜਿਹੜੀ ਗੱਲ ਨਹੀਂ ਕਰਨੀ, ਉਹ ਝਕਾਂ ਮਾਰਨੀਆਂ, ਸਮਾਂ ਵਿਅਰਥ ਗਾਉਣ ਵਾਲੀ ਗੱਲ ਆ। ਟਾਈਮ ਵੇਸਟ ਹੁੰਦਾ ਹੈ, ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਜਿਵੇਂ ਪਾਣੀ 'ਚ ਮਧਾਣੀ ਪਾ ਕੇ ਰਿੜਕੇ ਕੀ ਲੱਜਣਾ, ਕੋਈ ਮੱਖਣ ਥੋੜ੍ਹੇ ਮਿਲਣਾ, ਸਮਾਂ ਨਿਰਰਥਕ ਚਲੇ ਜਾਂਦਾ। ਇਸ ਤਰ੍ਹਾਂ ਜਿਹੜਾ ਮੂਰਖ ਆਦਮੀ ਆ, ਉਹਦੇ ਨਾਲ ਝਕਾਂ ਮਾਰਨੀਆਂ, ਗੱਪਾਂ ਮਾਰਨੀਆਂ, ਉਹਦਾ ਕੋਈ ਫਾਇਦਾ ਨਹੀਂ। ਅਤੇ ਉਹ ਜਦੋਂ ਇਕੱਠੇ ਹੋਣ ਕਹਿਣੇ ਚਲੋ ਅੱਜ ਕੰਪੂਟੇਸ਼ਨ ਕਰ ਲਈਏ, ਉਹਨਾਂ ਦਾ ਹੁੰਦਾ ਇਹ ਜਿਹਾ ਗੱਪ ਛੱਪ ਲਾ ਲਈਏ, ਹਾਂਜੀ, ਟਾਈਮ ਪਾਸ ਕਰਨ ਵਾਸਤੇ। ਜਿਹੜੇ ਗੁਰਮੁਖ ਬੰਦੇ ਆ ਉਹ ਨਾਮ ਦੀ, ਬਾਣੀ ਦੀ, ਭਜਨ ਦੀ, ਸਤਸੰਗ ਦੀ, ਕਥਾ ਦੀ, ਕੀਰਤਨ ਦੀ। ਅੱਜ ਕਿਹੜਾ ਪ੍ਰਸੰਗ ਆਇਆ ਸੀ? ਸਵੇਰੇ ਕਥਾ 'ਚ ਕੀ ਸਿੱਖਿਆ ਸੀ? ਇਤਿਹਾਸ ਦਾ ਕਿਹੜਾ ਪ੍ਰਸੰਗ ਸੀ? ਉਹ ਤਾਂ ਇਹ ਕਰਨਗੇ। ਅਤੇ ਜਿਹੜੇ ਖੁੰਡ ਚਰਚਾ ਵਾਲੇ ਆ, ਉਹਨਾਂ ਦਾ ਫੇਰ ਜਿਹਾ ਹੁੰਦਾ। ਇਸ ਕਰਕੇ ਜਿਹੜੇ ਮੂਰਖ ਬੰਦੇ ਆ, ਹਾਂਜੀ, ਇੱਕ ਤਾਂ ਹੁੰਦਾ ਮੂਰਖ ਜਿਹੜਾ ਮੂੰਹ ਨਾ ਰੱਖ ਸਕੇ, ਜੋ ਮਰਜ਼ੀ ਬਕੜਵਾਦ ਕਰੀ ਜਾਂਦਾ। ਇੱਕ ਹੁੰਦਾ ਅੰਧ ਮੂਰਖ, ਉਹਨੂੰ ਕੋਈ ਦ੍ਰਿਸ਼ਟਾਂਤ ਪ੍ਰਮਾਣ ਦੇਵੇ, ਆਪਣੀ ਬੁੱਧੀ ਹੁੰਦੀ ਨਹੀਂ, ਫਿਰ ਥੋੜ੍ਹਾ ਉਹ ਸਮਝ ਲੈਂਦਾ। ਇੱਕ ਹੁੰਦਾ ਅੰਧ ਘੋਰ ਮੂਰਖ, ਜੇ ਉਹਨੂੰ ਕੋਈ ਭਜਨ ਕਰ
ਕਹਿਣਾ ਤੂੰ ਕਰਦਾ ਹੀ ਆ, ਫਾਇਦਾ ਕੀ? ਕਹਿੰਦੇ ਸੰਸਾਰ ਸਾਗਰ ਤੋਂ ਤਰ ਜਾਣਾ, ਕਹਿੰਦੇ ਤੇਰੀ ਪੂਛ ਫੜ ਕੇ ਲੰਘ ਜਾਣਾ। ਇਹ ਅੰਧ ਘੋਰ ਮੂਰਖ ਇਹੋ ਜਿਹਾ ਹੁੰਦੇ ਨੇ। ਉਹ ਜਿਵੇਂ ਇੱਕ ਪਰਿਵਾਰ ਸੀ ਨਾ, ਅਤੇ ਉਹ ਕਿਸੇ ਦੇ ਮਰ ਗਿਆ ਕੋਈ, ਉਹ ਬਜ਼ੁਰਗ ਕਹਿਣ ਲੱਗਾ ਬੜੇ ਪੁੱਤ ਨੂੰ ਵੀ ਜਾਇਆ ਅਫਸੋਸ ਕਰਿਆ। ਕਹਿੰਦਾ ਜੀ ਕਿਵੇਂ ਕਰਾਂ? ਕਹਿੰਦੇ ਜਿਵੇਂ ਉੱਥੇ ਕਰਦੇ ਹੋਣਗੇ ਤੂੰ ਕਰਿਆ। ਉਹ ਗਿਆ ਅਤੇ ਨੌਜਵਾਨ ਪੁੱਤ ਮਰਿਆ ਸੀ, ਉਹ ਚੁੱਪ ਬੈਠੇ ਸੀ। ਉਹ ਵੀ ਬਸ ਚੁੱਪ ਜਿਹੇ ਵੱਢ ਕੇ ਉੱਥੋਂ ਆ ਗਿਆ। ਕਹਿੰਦੇ ਜਾਇਆ? ਕਹਿੰਦੇ ਹਾਂ। ਕਹਿੰਦੇ ਕੀਤੀ ਗੱਲਬਾਤ? ਕਹਿੰਦੇ ਜੋ ਬੋਲਦੇ ਨਾ ਮੈਨੂੰ ਬੈਠਾ ਰਿਹਾ। ਕਹਿੰਦੇ ਉਹ ਮਾੜਾ ਮੋਟਾ ਤਾਂ ਕਹਿੰਦਾ ਪਿਆ ਹੋਇਆ। ਫਿਰ ਦੂਏ ਨੂੰ ਭੇਜਿਆ। ਉਹ ਕਹਿੰਦਾ ਕਿਵੇਂ? ਕਹਿੰਦਾ ਜਿਵੇਂ ਲੋਕ ਕਹਿੰਦੇ ਹੋਣ। ਉਹ ਕਿਤੇ ਰਾਹ 'ਚ ਉਹਨੂੰ ਉਹਨਾਂ ਦੇ ਬੈਰੀ ਮਿਲ ਗਿਆ। ਕਹਿੰਦੇ ਚੰਗਾ ਹੋਇਆ ਮਰ ਗਿਆ, ਦਫਾ ਹੋਇਆ, ਗਲੋਂ ਲਿਆ। ਹਾਂਜੀ, ਉਹ ਵੀ ਜਾ ਕੇ ਉਹ ਕਹਿੰਦਾ, ਉਹਨੇ ਫੜ ਕੇ ਕੁੱਟਿਆ ਵੀ ਸਾਡਾ ਨੌਜਵਾਨ ਮੁੰਡਾ ਮਰ ਗਿਆ, ਤੂੰ ਕਹਿੰਦਾ ਦਫਾ ਹੋਇਆ, ਚੰਗਾ ਹੋਇਆ ਹੈਂ, ਚੰਗਾ ਕਟਾਪਾ ਚਾੜਿਆ ਆ ਗਿਆ। ਕਹਿੰਦੇ ਕਿਵੇਂ? ਕਹਿੰਦੇ ਬਾਪੂ ਚੰਗਾ ਭੇਜਿਆ ਮਕਾਣੀ ਵੀ ਮੇਰੀ ਤਾਂ ਆਹ ਗੱਲ ਹੋਈ, ਤੂੰ ਕਿਹਾ ਜਿਵੇਂ ਉਹ ਕਹਿੰਦੇ ਹੁਣ ਮੈਂ ਕਹੇ ਅਤੇ ਮੈਨੂੰ ਕਟਾਪਾ ਚੜ੍ਹਿਆ। ਕਹਿੰਦੇ ਅੱਛਾ ਮੈਂ ਜਾਂਦਾ। ਆਪ ਆ ਗਿਆ। ਕਹਿੰਦਾ ਵੀ ਮੇਰਾ ਪਹਿਲਾ ਪੋਤਾ ਬੋਲਿਆ ਨਹੀਂ, ਦੂਆ ਇਉਂ ਕਹਿ ਗਿਆ, ਹੁਣ ਤੁਹਾਡੇ ਕੋਲ ਮਰਿਆ ਅਤੇ ਮੈਂ ਆਪ ਆਊਂਗਾ। ਉਹ ਕਹਿੰਦੇ ਇੱਕ ਨੂੰ ਕਹਿਣਾ ਦਾ ਬੂਟਾ ਹੀ ਝੋਲੇ ਦਾ ਮਾਰਿਆ। ਇਸ ਤਰ੍ਹਾਂ ਜਿਹੜੇ ਹੁੰਦੇ ਆ ਅੰਧ ਘੋਰ ਮੂਰਖ, ਇਹਨਾਂ ਨਾਲ ਕਬੀਰ ਸਾਹਿਬ ਕਹਿੰਦੇ ਬਹਿ ਕੇ ਸਮਾਂ ਨਿਰਰਥਕ ਨਾ ਗੁਆਵੇ, ਗੁਰਮੁਖਾਂ ਦੀ ਸੰਗਤ 'ਚ ਬੈਠ ਕੇ ਸਮਾਂ ਸਫਲ ਕਰਨਾ ਚਾਹੀਦਾ ਹੈ। ਬੋਲਤ ਬੜ੍ਹੈ ਵਿਕਾਰਾ। ਜੇ ਮੂਰਖਾਂ ਨਾਲ ਗੱਲ ਕਰਾਂਗੇ ਨਾ, ਬੋਲਦਿਆਂ ਬਕਾਰ ਦੋਸ਼ ਪੈਦਾ ਹੋ ਜੂ, ਲੜਾਈ ਝਗੜਾ ਹੋ ਜੂ, ਇੱਕ ਦੂਜੇ ਦੇ ਸਿਰ ਪਟਣਗੇ। ਹੁਣ ਸ਼ਰਾਬੀ ਬੰਦਿਆਂ ਦਾ, ਨਸ਼ਈਆਂ ਦਾ ਇਹ ਵੀ ਹੁੰਦਾ, ਪਹਿਲਾਂ ਇਕੱਠੇ ਬਹਿ ਕੇ ਪਲੇਟਾਂ ਚੱਟਦੇ ਆ, ਫਿਰ ਬਹਿਸ ਪੈ ਵੀ ਉਹ ਕੁਰਸੀਆਂ ਚੱਕ ਕੇ ਭੰਨੀ ਜਾਣਗੇ, ਇੱਕ ਦੂਜੇ ਮਾਰਨਗੇ। ਕਈ ਵਿਆਹਾਂ 'ਚ ਗੋਲੀਆਂ ਚੱਲ ਗਈਆਂ, ਬੰਦੇ ਮਰ ਗਏ। ਇਸ ਵਾਸਤੇ ਕਹਿੰਦੇ ਫਿਰ ਬੋਲਦਿਆਂ ਕਈ ਵਾਰੀ ਗੱਲ ਕੋਈ ਕੜਕਣ ਵਾਲੀ ਹੋ ਜਾਂਦੀ ਹੈ। ਬੜੇ ਵਕਾਰ ਦੋਸ਼ ਪੈਦਾ ਹੋ ਜਾਂਦੇ ਆ, ਡੰਗ ਫੁੱਟਾ ਖੜਕ ਜਾਂਦਾ ਔਰ ਕਤਲਾਂ ਤੱਕ ਚਲੇ ਜਾਂਦਾ। ਗੱਲਬਾਤ 'ਤੇ ਹੁੰਦਾ, ਇਹਨੂੰ ਕੁੱਤੇ ਨੇ ਤੇਰੇ ਨੇ ਸਾਡੇ ਬਿੱਲੀ ਨੂੰ ਮਾਰਿਆ, ਉੱਥੋਂ ਗੱਲ ਚੱਲ ਪਈ। ਉੱਥੋਂ ਫਿਰ ਗਾਲੀ ਗਲੋਚ ਹੋ ਗਿਆ, ਫਿਰ ਡਾਂਗਾਂ ਖੜ ਪਈਆਂ, ਸਿਰ ਪੱਟ ਗਿਆ, ਫਿਰ ਡਾਕਟਰਾਂ ਦੇ ਪੁਲਿਸ ਵਾਲਿਆਂ ਦੇ ਘੁੰਮਦੇ ਰਹੇ, ਕੇਸ ਰਜਿਸਟਰਡ ਹੋ ਗਿਆ। ਹਾਂਜੀ, ਪੁੱਛਿਆ ਹੀ ਨਹੀਂ ਵੀ ਗੱਲ ਕੀ ਹੋਈ ਹੈ, ਬਸ ਤੈਨੂੰ ਫਲਾਣੇ ਨੇ ਆਉਂ ਕਿਹਾ ਸੀ। ਉੱਥੋਂ ਹੀ ਫਿਰ ਬੋਲਦਿਆਂ ਵਕਾਰ ਦੋਸ਼ ਪੈਦਾ ਹੋ ਜਾਂਦੇ ਆ, ਬੜੇ ਸੰਕਟ ਪੈਦਾ ਹੋ ਜਾਂਦੇ ਹਨ। ਬਿਨ ਬੋਲੇ ਕਿਆ ਕਰਹਿ ਵਿਚਾਰਾ। ਇਸ ਵਾਸਤੇ ਕਹਿੰਦੇ ਜੇ ਨਹੀਂ ਬੋਲਾਂਗੇ ਫਿਰ ਵਿਚਾਰਾ ਕੀ ਕਰੂ? ਕਿਉਂਕਿ ਜਿਹੜਾ ਬੰਦਾ ਆਪਣੀ ਜ਼ੁਬਾਨ 'ਤੇ ਕੰਟਰੋਲ ਰੱਖਦਾ ਨਾ, ਇਫ ਯੂ ਕੰਕਰ ਦਾ ਟੰਗ ਓਨਲੀ ਯੂ ਵਿਲ ਕੰਕਰ ਦਾ ਹੋਲ ਵਰਲਡ ਈਜ਼ਲੀ। ਮਹਾਰਾਜ ਵੀ ਕਹਿੰਦੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਪੈਸਾ ਪਰਸ। ਜਿਹਨਾਂ ਆਪਣੀ ਇੰਦਰੀ ਜ਼ੁਬਾਨ ਨੂੰ ਕਾਬੂ ਕਰ ਲਿਆ ਨਾ, ਉਹ ਬੜੇ ਦੋਸ਼ਾਂ ਤੋਂ ਮੁਕਤ ਹੋ ਜਾਂਦਾ। ਅਤੇ ਜਿਹਨ ਜ਼ੁਬਾਨ ਕਾਬੂ ਨਹੀਂ ਕੀਤੀ, ਇਹ ਬੜੇ ਕਲੇਸ਼, ਬੜੇ ਸੰਕਟ ਜਿਹੜੇ ਆ ਪੈਦਾ ਕਰ ਦਿੰਦੀ। ਹੁਣ ਸਿਆਣੇ ਬੰਦੇ ਬਚਨ ਘੱਟ ਬੋਲਦੇ, ਉਹਨਾਂ ਦੇ ਬਚਨਾਂ ਦਾ ਮੁੱਲ ਪੈਂਦਾ। ਉਹਨਾਂ ਨੇ ਲਿਖੀਆਂ ਬੁੱਕਾਂ ਲੋਕ ਪੜ੍ਹਦੇ, ਕਿ ਮਨਮੁਖ ਦਿਨ ਰਾਤ ਉਲ ਜਲੂਲ ਬੋਲਦੇ ਆ, ਕੋਈ ਸੁਣਦਾ ਉਹਨਾਂ ਦੀ ਗੱਲ? ਉਹਨਾਂ ਦੀ ਗੱਲ ਦੀ ਕੋਈ ਕੀਮਤ ਹੈ? ਕਹਿੰਦੇ ਤਾਂ ਐਵੇਂ ਕੁੱਤੇ ਵਾਂਗੂ ਭੌਂਕਣ ਰਿਹਾ ਹੈ, ਛੱਡੋ ਇਹੋ ਜਿਹੇ ਮੋਹਰੇ ਮਿਲਦੀਆਂ। ਅਤੇ ਜਿਹੜੇ ਮਹਾਂਪੁਰਖ, ਉਹਨਾਂ ਦੇ ਇੱਕ ਬਚਨ ਨੂੰ ਲੋਕ ਨੋਟ ਕਰਦੇ ਆ। ਇਹ 'ਚ ਸਾਨੂੰ ਸਿੱਖਿਆ ਸਾਡੇ ਜੀਵਨ ਦਾ ਸੁਧਾਰ ਹੈ। ਇਸ ਵਾਸਤੇ ਕਹਿੰਦੇ ਹਨ ਕਿ ਉਹ ਜਿਹੜੇ ਬਿਨ ਬੋਲੇ ਕਿਆ ਕਰਹਿ ਵਿਚਾਰਾ। ਜਦੋਂ ਨਹੀਂ ਬੋਲਾਂਗੇ ਉਸ ਬੰਦੇ ਦਾ ਭੇਤ ਪਾਉਣਾ ਬਹੁਤ ਔਖਾ ਹੋ ਜਾਂਦਾ, ਜਿਹੜਾ ਇਹੋ ਜਿਹਾ ਬੰਦਾ। ਕਿਉਂਕਿ ਫਿਰ ਉਹ ਵਿਚਾਰਾ ਕੀ ਕਰੇਗਾ? ਕਈ ਵਾਰੀ ਉਹ ਮਨਮੁਖ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਉਹ ਬੋਲ ਪੈਂਦਾ, ਉਹ ਬੇਕਦੂ ਦੀ ਗੱਲ ਜਿਹਦੇ ਨਹੀਂ ਰਲਦੀ,
ਕਿ ਬਾਦ ਵਿਵਾਦ ਝਗੜਾ ਰਗੜਾ ਪੈਦਾ ਹੋ ਜਾਂਦਾ। ਤੇ ਜਿਹੜਾ ਬੰਦਾ ਆਪਣੇ ਆਪ 'ਤੇ ਕੰਟਰੋਲ ਰੱਖਦਾ, ਆਪਣੀਆਂ ਇੰਦਰੀਆਂ 'ਤੇ, ਉਸ ਬੰਦੇ ਦਾ ਭੈ ਵੀ ਬੜਾ ਹੁੰਦਾ। ਬੜਬੋਲੇ ਬੰਦੇ ਦਾ ਭੈ ਨਹੀਂ ਰਹਿੰਦਾ। ਜਿਹੜਾ ਬੰਦਾ ਘੱਟ ਬੋਲਦਾ, ਹਰ ਇੱਕ ਬੰਦਾ ਉਹ ਤੋਂ ਕੰਨੀ ਕਤਰਾਊਗਾ, ਕਿਉਂਕਿ ਜਦੋਂ ਉਹਨੂੰ ਬੋਲਣਾ ਕੋਈ ਵਜਨਦਾਰ ਕੀਮਤੀ ਵਚਨ ਬੋਲਣਾ, ਜਿਸ ਵਜਨ ਦਾ ਕੋਈ ਮੁੱਲ ਹੋਵੇ। ਅਤੇ ਜਿਹੜੇ ਸਿਆਣੇ ਆ ਇਸ ਤਰ੍ਹਾਂ ਹੀ ਆ, ਜਿਹੜੇ ਮਨਮੁਖ ਅਖਬਾਰਾਂ 'ਚ ਦੇਖਦੇ ਆ, ਉਹ ਇੱਕ ਦੂਜੇ ਦੀ ਮਿੱਟੀ ਕਿਵੇਂ ਪੁੱਟਦੇ, ਕਿਵੇਂ ਚਿੱਕੜ ਸੁੱਟਦੇ। ਜਿਹੜੇ ਗੁਰਮੁਖ ਪਿਆਰੇ ਆ ਉਹ ਕਦੀ ਵਾਧੂ ਘਾਟੂ ਬਿਆਨ ਹੀ ਨਹੀਂ ਦਿੰਦੇ, ਉਹ ਵਾਧੂ ਗੱਲ ਹੀ ਨਹੀਂ ਕਰਦੇ। ਜਦੋਂ ਗੱਲ ਕਰਨੀ ਆ ਨਾਮ ਦੀ, ਬਾਣੀ ਦੀ, ਸਤਸੰਗ ਦੀ, ਭਜਨ ਦੀ, ਸਿਮਰਨ ਦੀ, ਲੋਕ ਭਲਾਈ ਦੀ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ। ਜਿਹੜੇ ਮਨਮੁਖ ਬੰਦੇ ਆ ਉਹਨੇ ਹਰ ਵੇਲੇ ਕੌਮ ਨੂੰ ਢਾਹ ਲਾਉਣ ਦੀ, ਈਰਖਾ ਵਕੀਲੀ ਦੀ, ਫੁੱਟ ਪਾਉਣ ਦੀ, ਪਾਲਟੀਬਾਜ਼ੀ ਬਣਾਉਣ ਦੀ, ਹਰ ਵੇਲੇ ਬਾਦ ਵਿਵਾਦ, ਕੋਈ ਨਾ ਕੋਈ ਝਗੜਾ ਜਿਹੜਾ ਖੜਿਆ ਹੀ ਰੱਖਣਾ। ਜਿਵੇਂ ਉਹ ਪੰਜਾਬੀ ਦੀ ਨੱਗ ਲਈ ਡੱਬੂ ਨਿਆਈਆਂ 'ਚ, ਉਹ ਮਨਮੁਖਾਂ ਦਾ ਹਾਲ ਇਹ ਹੈ ਕਿ ਜਿੱਥੇ ਜਾਣਾ ਕੋਈ ਨਾ ਕੋਈ ਛਿੱਦਰ, ਹਾਂਜੀ, ਕੋਈ ਵਿਵਾਦ, ਕੋਈ ਝਗੜਾ ਪੈਦਾ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਦੇ ਸ਼੍ਰੀ ਬਾਬਾ ਗੁਰਦਿੱਤਾ ਸਾਹਿਬ ਸਮਾ ਗਏ ਅਤੇ ਧੀਰ ਮੱਲ ਗਿਆ ਨਹੀਂ, ਭੱਲਿਆਂ ਨੂੰ ਵੀ ਰੋਕਦਾ ਰਿਹਾ, ਉਹ ਤਾਂ ਰੋਕੇ ਨਹੀਂ, ਪਰ ਮਨ ਤੇ ਸੁੰਦਰ ਚਲੇਗਾ ਅਤੇ ਗੁਰੂ ਅੰਗਦ ਸਾਹਿਬ ਦੇ ਪਰਿਵਾਰ 'ਤੇ ਪ੍ਰਭਾਵ ਬਣਾ ਲਿਆ। ਉਹ ਗਏ ਨੇ। ਇਹਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਆ, ਜੇ ਮੈਂ ਉੱਥੇ ਗਿਆ ਮਹਾਰਾਜ ਮੇਰੇ ਤੋਂ ਸਰੂਪ ਲੈ ਲੈਣਗੇ ਅਤੇ ਆਪਣੀ ਪੂਜਾ ਚੱਲਦੀ ਹੈ। ਇਹ ਗਿਆ ਨਹੀਂ। ਫਿਰ ਜਿਸ ਵੇਲੇ ਸਾਰੀ ਬਾਬਾ ਗੁਰਦਿੱਤਾ ਰਸਮ ਵਗੈਰਾ ਕਰਨੀ ਸੀ, ਫਿਰ ਕਿਹਾ ਵੀ ਧੀਰ ਮੱਲ, ਇਹਦੀ ਮਾਤਾ ਨੇ ਬਹੁਤ ਸਮਝਾਇਆ ਵੀ ਦੇਖ ਬਾਬਾ ਗੁਰਦਿੱਤਾ ਸਾਹਿਬ ਤੇਰੇ ਪਿਤਾ ਸੀਗੇ ਅਤੇ ਤੂੰ ਇਸ ਤਰ੍ਹਾਂ ਨਾ ਕਰ, ਜੇ ਮਹਾਰਾਜ ਦੇ ਹੁਕਮ ਬਚਨ 'ਚ ਰਹੇਗਾ ਗੱਦੀ ਸ਼ਾਇਦ ਤੈਨੂੰ ਮਿਲ ਜਾਏ। ਪਹਿਲਾਂ ਤਾਂ ਮੰਨਿਆ ਨਾ, ਅਤੇ ਮਹਾਰਾਜ ਤਾਂ ਮੇਰੇ ਨਾਲ ਰੋਕ ਪਹਿਲਾਂ ਤੋਂ ਹੀ ਕਰਦੇ ਨਹੀਂ ਰਹੇ, ਗਿਆ ਹੀ ਨਹੀਂ। ਉਹ ਮਾਤਾ ਨੇ ਜਿਹੜੇ ਸਮਝਾਇਆ ਇਹ ਚਲ ਗਿਆ। ਜਿਹੜੇ ਇਹ ਗਿਆ ਅਤੇ ਮਹਾਰਾਜ ਉਸ ਲਈ ਪਤਾਲਪੁਰੀ ਆਨੰਦ ਸਰੂਪ 'ਚ ਬੈਠੇ ਸੀ। ਇਸ ਨੇ ਕੀਤਾ ਕਿ ਸੰਗਤ ਬਹੁਤ ਆਈ ਹੋਈ ਹੈ ਅਤੇ ਮੈਂ ਖੜ ਜੰਤਰ ਰਚ ਕੇ ਨਾ ਆਪਣਾ ਪ੍ਰਭਾਵ ਬਣਾ ਲਵਾਂ। ਜਿੱਥੇ ਉਹ ਕੀਰਤਪੁਰ ਦਾ ਵੱਡਾ ਚੌਕ ਸੀ ਨਾ, ਉੱਥੇ ਬਹੁਤ ਸੁੰਦਰ ਵਿਛਾਈ ਕਰਕੇ, ਚਾਨਣੀਆਂ ਚਦੋਏ ਲਾ ਕੇ, ਬੜੀ ਸੁੰਦਰ ਸਟੇਜ ਬਣਾ ਕੇ, ਗੱਦੀ ਗੁੱਦੀ ਲਾ ਕੇ, ਕਲਗੀ ਲਾ ਕੇ ਉੱਥੇ ਬਹਿ ਗਿਆ। ਅਤੇ ਜਿਹੜੇ ਮਸੰਦ ਸੀਗੇ ਉਹਨੇ ਬੜਾ ਵੀ ਇਹ ਬਾਬਾ ਗੁਰਦਿੱਤਾ ਸਾਹਿਬ ਵੱਡੇ ਸਾਹਿਬਜ਼ਾਦੇ ਆ ਅਤੇ ਇਹ ਗੱਦੀ ਅਤੇ ਮਾਲਕ ਹੈ, ਮਹਾਰਾਜ ਨੇ ਇਹਨਾਂ ਨੂੰ ਗੱਦੀ ਦੇਣੀ। ਹੁਣ ਵਿੱਚ ਨਵੀਆਂ ਸੰਗਤਾਂ ਵੀ ਆਈਆਂ ਹੁੰਦੀਆਂ ਅਤੇ ਸਾਡੇ ਫਿਰ ਹੈ ਉਹ ਦੇਖੋ ਦੇਖੀ ਬੜਾ ਚੜਾਵਾ, ਇਹ ਬੜਾ ਖੁਸ਼ ਅਤੇ ਚੋਬਦਾਰ ਚਾਂਦੀ ਸੋਨੇ ਦੀਆਂ ਚੋਬਾਂ ਦੇ ਕੇ ਖੜੇ ਕੀਤੇ ਹੋਏ, ਬੜਾ ਠਾਠਾ ਵਾਗਾ। ਉੱਧਰ ਜਿਹੜੇ ਸਿਆਣੇ ਗੁਰਸਿੱਖ ਸੀ, ਰਾਏ ਜੋਧ, ਬਾਬਾ ਭਾਨਾ ਜੀ, ਬਾਬਾ ਬੁੱਢਾ ਸਾਹਿਬ ਦੀ ਆਂਸੂਆਂ, ਭਾਈ ਰੂਪੇ ਕੇ, ਉਹਨੇ ਕਿਹਾ ਵੀ ਮਹਾਰਾਜ ਕਿਉਂ ਤਾਂ ਠਾਠਾ ਬਾਗਾ ਬਣਾ ਲਿਆ। ਮਹਾਰਾਜ ਕਹਿੰਦੇ ਇਹਨੂੰ ਧੱਕੇ ਮਾਰ ਕੱਢੋ, ਲੜਾਓ। ਉਹ ਸਿੰਘ ਫਿਰ ਮਹਾਰਾਜ ਦੀ ਫੌਜ ਸੀ ਗਏ, ਉਹਨੇ ਉਹ ਮਸੰਦਾਂ ਨੂੰ ਚੰਗਾ ਫਾਂਟਾ ਚਾੜਿਆ। ਇਹ ਵੀ ਫਿਰ ਘੋੜੇ 'ਤੇ ਚੜ੍ਹ ਕੇ ਦੇਖੋ ਦੌੜਿਆ। ਹੁਣ ਮਾਂ ਨਾਲ ਲੜਦਾ, ਬੜੀ ਸੋਹਣੀ ਮੇਰੀ ਇੱਜ਼ਤ ਬਣੀ ਸੀ, ਅੱਗੇ ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ, ਅਤੇ ਹੁਣ ਸਾਰੇ ਹੀ ਟਾਈਮ ਪ੍ਰਗਟ ਕਰਤਾ। ਬੜਾ ਸੋਹਣਾ ਮੇਰਾ ਠਾਠਾ ਬਾਗਾ ਚਲਿਆ ਜਾਂਦਾ ਸੀ। ਫਿਰ ਇਹ ਕਰਤਾਰਪੁਰ ਆ ਗਿਆ। ਸੋ ਇਸ ਵਾਸਤੇ ਜਿਹਦੀ ਇਸ ਤਰ੍ਹਾਂ ਦੀ ਬਿਰਤੀ ਹੈ ਉਹ ਜਿੱਥੇ ਵੀ ਜਾਂਦਾ, ਹਾਂਜੀ, ਕੋਈ ਛਿੱਦਰ ਵਾਲੀ ਗੱਲ ਕਰੇਗਾ। ਪਰ ਜਿਹੜਾ ਗੁਰਮੁਖ ਪਿਆਰਾ ਤਾਂ ਗੁਰੂ ਹਰਿਰਾਏ ਸਾਹਿਬ, ਉਹਨਾਂ ਦਾ ਦੇਖੋ ਮਹਾਰਾਜ ਦੇ ਬਗੀਚੇ 'ਚ ਗਏ ਹੋਏ, ਕੋਈ ਫੁੱਲ ਖਿੜਿਆ ਹੋਇਆ ਸੀ ਅਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਆਏ, ਉਹ ਜਾਮਾ ਵੱਜ ਕੇ ਤੋਂ ਫੁੱਲ ਡਿੱਗ ਪਿਆ। ਮਹਾਰਾਜ ਕਹਿੰਦੇ ਫੁੱਲ ਸੀ, ਕਲੀ ਖਿੜੀ ਸੀ, ਬੜੀ ਸੰਘੀ ਕਿਨ ਤੋੜੀ, ਅਤੇ ਸਾਹਿਬਜ਼ਾਦੇ ਕਹਿੰਦੇ ਮਹਾਰਾਜ ਤੋੜੀ ਤਾਂ ਹੈ ਨਹੀਂ, ਚੋਲਾ ਵੱਜ ਕੇ ਟੁੱਟ ਗਈ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਚੋਲੇ ਵੱਡੇ ਪਾਈਏ ਨਾ, ਜ਼ਿੰਮੇਵਾਰੀਆਂ ਵੱਡੀਆਂ ਹੋ ਜਾਂਦੀਆਂ, ਫਿਰ ਸੰਭਲ ਕੇ ਤੁਰੀਦਾ। ਅਤੇ ਸਾਰੀ ਜ਼ਿੰਦਗੀ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ
ਐਵੇਂ ਚੋਲਾ ਇਕੱਠਾ ਕਰਕੇ ਤੋਂ ਗੁਰਤਾ ਗੱਦੀ ਦੇ ਵੀ ਵਿਰਾਜਮਾਨ ਹੋਵੇ, ਫੇਰ ਵੀ ਨਿਯਮ ਉਹੀ ਰੱਖੇ। ਇਹ ਗੁਰਮੁਖ ਤੇ ਦੂਏ ਪਾਸੇ ਜਿਹੜਾ ਮਨਮੁਖ ਬਿਰਤੀ ਦਾ। ਤੇ ਮਹਾਰਾਜ ਨੇ ਕਿਹਾ ਸੁਣਾ ਧੀਰਮਲ, ਕਹਿੰਦਾ ਮਹਾਰਾਜ ਮੈਂ ਬਾਦਸ਼ਾਹ ਨਾਲ ਸੰਧੀ ਕਰ ਲਈ, ਕਰਤਾਰਪੁਰ ਵੀ ਬਚਾ ਲਿਆ, ਉੱਥੇ ਦੀ ਪਬਲਿਕ ਵੀ ਬਚਾ ਲਈ। ਤੇ ਮਹਾਰਾਜ ਹੱਸਦੇ ਰਿਹਾ, ਦੇਖੋ ਇਹ ਕਿੱਧਰ ਤੁਰਿਆ ਹੋਇਆ। ਹਾਂਜੀ, ਅਸੀਂ ਗੁਰੂ ਕੇ ਦੋਖੀਆਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਭੁਗਤਾਇਆ, ਇਹ ਉਹਨਾਂ ਨਾਲ ਮੇਲ ਮਿਲਾਪ ਕਰ ਰਿਹਾ। ਮਹਾਰਾਜ ਕਹਿੰਦੇ ਤਾਇਆ ਹੀ ਫੇਰ ਆ ਗਏ, ਕੋਈ ਪਿਰਥੀਆ ਆ ਗਿਆ ਫਿਰ। ਸੋ ਇਸ ਕਰਕੇ ਫਿਰ ਉਹੀ ਕੰਮ ਇਹ ਫੜਿਆ ਹੋਇਆ। ਇਸ ਵਾਸਤੇ ਕਹਿੰਦੇ ਆ ਕਿ ਜਿਹੜੇ ਗੁਰਮੁਖ ਪਿਆਰੇ ਉਹਨਾਂ ਦੀ ਆਪਣੀ ਅਵਸਥਾ ਤੇ ਉਹ ਹਰ ਵੇਲੇ ਆਨੰਦ ਸਰੂਪ ਵਿਚਰਦੇ ਆ। ਅਤੇ ਜਿਨ੍ਹਾਂ ਦੀ ਇਹੋ ਜਿਹੀ ਨੇਚਰ ਆ ਉਹ ਪਿਆ ਆਪਣਾ ਸੁਭਾਅ। ਹੁਣ ਸੱਪਿਆ ਦੁੱਧ ਪਿਆਈਏ, ਪਿਲਾ ਲਓ ਦੁੱਧ ਜਿੰਨਾ ਮਰਜ਼ੀ, ਅਤੇ ਜੇ ਦਾ ਲੱਗੂਗਾ ਡੰਗ ਮਾਰੇਗਾ ਕਿ ਨਹੀਂ। ਇਸ ਤਰ੍ਹਾਂ ਜਿਹੜਾ ਮਨਮੁਖ ਆ ਉਹਦੀ ਸੇਵਾ ਕਰ ਲਓ, ਕੁਝ ਕਰ ਲਓ, ਉਸ ਨੇ ਆਪਣਾ ਜਿਹੜਾ ਸੁਭਾਅ ਛੱਡਣਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਬਿਨ ਬੋਲਿਆ ਕਿਆ ਕਰੇ ਵਿਚਾਰਾ। ਜੇ ਅਸੀਂ ਬੋਲਾਂਗੇ ਨਹੀਂ ਇਹਨਾਂ ਨਾਲ, ਬਚਨ ਨਹੀਂ ਕਰਾਂਗੇ, ਫਿਰ ਵਿਚਾਰਾ ਕੀ ਕਰੂ। ਅਤੇ ਆਪੇ ਹੀ ਹਾਂਜੀ ਮਨ ਦੀ ਮਨ 'ਚ ਲੈ ਕੇ ਤੁਰ ਜਾਵੇਗਾ। ਕਹੋ ਕਬੀਰ ਛੂਛਾ ਘਟ ਬੋਲੇ। ਕਬੀਰ ਸਾਹਿਬ ਨੇ ਕਿਹਾ ਮਹਾਰਾਜ ਤੇ ਜਿਹੜੇ ਮਹਾਂਪੁਰਖ ਆ ਉਹ ਇੰਨਾ ਗੰਭੀਰ ਕਿਉਂ ਹੋ ਜਾਂਦੇ। ਹੁਣ ਨਦੀਆਂ ਜਿਹੜੀਆਂ ਬਰਸਾਤੂ ਆ, ਜਿੱਲੇ ਹੜ੍ਹ ਆਉਂਦਾ ਨਾ, ਕਿਵੇਂ ਉਛਲੀਆਂ ਜਾਂਦੀਆਂ, ਰੌਲਾ ਪਾਉਂਦੀਆਂ। ਅਤੇ ਜਿਹੜੇ ਸਮੁੰਦਰ 'ਚ ਦਰਿਆ ਪੈ ਜਾਂਦੇ ਉਹ ਉਨਾ ਹੀ ਗੰਭੀਰ ਹੋ ਜਾਂਦੇ। ਵੱਡੇ ਬੰਦੇ ਗੰਭੀਰ ਬਹੁਤ ਹੁੰਦੇ। ਅਤੇ ਸ਼ੇਸ਼ਨਾਗ ਦਾ ਸੁਣਿਆ ਵੀ ਡੰਗ ਮਾਰਿਆ, ਜਿਹੜੇ ਆ ਦੂਏ ਆ ਉਹ ਐਵੇਂ ਡੰਗ ਮਾਰੀ ਜਾਣਗੇ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਅਤੇ ਕਹੋ ਕਬੀਰ ਛੂਛਾ ਘੱਟ ਬੋਲੇ। ਜਿਵੇਂ ਘੜਾ ਭਰਿਆ ਨਾ ਉਹਦੇ, ਉਹ ਪਾਣੀ ਵੀ ਛਲਕੂਗਾ ਅਤੇ ਆਲੇ ਦੁਆਲੇ ਛਿੱਟੇ ਵੀ ਪਾਊਗਾ, ਜਿਹਨੇ ਚੱਕਿਆ ਉਹਦੇ ਵੀ ਕੱਪੜੇ ਭੇਜ ਜਾਊਗਾ। ਅਤੇ ਜਿਹੜਾ ਭਰਿਆ ਆ ਉਹ ਗੰਭੀਰ ਆ। ਕਹੋ ਕਬੀਰ ਸਾਹਿਬ ਕਹਿੰਦੇ ਛੂਛਾ ਘੱਟ ਬੋਲਿਆ। ਕਹਿੰਦੇ ਮਹਾਰਾਜ ਜਿਹੜੀਆਂ ਬਹੁਤੀਆਂ ਗੱਲਾਂ ਕਰਦੇ, ਸਾਡੇ ਕੋਲ ਆਓ, ਅਸੀਂ 10 ਦੁਆਰ ਖੋਲ੍ਹ ਦਿਆਂਗੇ, ਤੁਹਾਡੇ ਅੰਦਰ ਜੋਤ ਜਗਾ ਦਿਆਂਗੇ, ਹਾਂਜੀ ਅਨਹਦ ਬਾਜੇ ਵਜਾ ਦਿਆਂਗੇ। ਇਸ ਤਰ੍ਹਾਂ ਦੇ ਬਹੁਤ ਦਾਰੇ ਲੱਪੇ ਲਾ ਕੇ ਭੋਲੇ ਭਾਲੇ ਗੁਰਸਿੱਖਾਂ ਨੂੰ ਅਸਲੀ ਮਾਰਗ ਤੋਂ ਅਖੇੜ ਕੇ ਅਤੇ ਉਹ ਇਸ ਤਰ੍ਹਾਂ ਆਪਣੇ ਵੱਲ ਲਾ ਲੈਂਦੇ। ਪਰ ਜਿਹੜੇ ਗੁਰਮੁਖ ਆ ਉਹ ਤਾਂ ਇਹਨਾਂ ਦੇ ਪ੍ਰਭਾਵ ਥੱਲੇ ਆਉਂਦੇ ਨਹੀਂ। ਅਤੇ ਇਹ ਜਿਹੜੇ ਲੋਕ, ਤੁਸੀਂ ਇੱਕ ਵਾਰੀ ਚਲੋ ਤਾਂ ਸਹੀ, ਜਾ ਕੇ ਦੇਖੋ ਤਾਂ ਸਹੀ, ਉੱਥੇ ਹਾਂਜੀ 3 ਪੈਸੇ ਚਾਹ ਦਾ ਕੱਪ ਆ, 3 ਪੈਸੇ ਪੀਣ ਲਈ ਪਹਿਲਾਂ ਕਿਰਾਇਆ ਲਾ ਕੇ ਜਾਓ, ਤਾਂ ਹੀ 3 ਪੈਸਿਆਂ ਦਾ ਪੀਊਗਾ। ਅਤੇ ਜਿੰਨਾ ਕਿਰਾਇਆ ਲੈਣਾ ਇੱਥੇ ਦੁੱਧ ਪੀ ਲੈ, ਜ਼ਰੂਰੀ ਚਾਹ ਪੀਣੀ ਜਾ ਕੇ। ਉਹ ਵੀ ਇਸ ਤਰ੍ਹਾਂ ਦੀਆਂ ਕੱਚੀਆਂ ਜਿਹੀਆਂ ਗੱਲਾਂ ਕਰ। ਇੱਥੇ ਇੱਕ ਵਾਰੀ ਨਾ ਕੋਚ ਫੈਕਟਰੀ ਆ ਗਿਆ, ਅੱਛਾ ਅਸੀਂ ਜੀ ਤੁਹਾਨੂੰ ਅਨਹਦ ਬਾਜੇ ਸੁਣਾ ਦਿੰਦੇ। ਲੋਕ ਵੀ ਸਾਡੇ ਇਹੋ ਜਿਹੇ ਵਿੱਚ ਹੈਗੇ ਆ, ਹਾਂਜੀ ਅਨਹਦ ਬਾਜਿਆਂ ਦਾ। ਬਹਿ ਗਿਆ, ਅੱਖਾਂ ਮੀਟ ਲਓ। ਉਹਨੇ ਕੀ ਕੀਤਾ, ਉਹ ਕਾਂਸੀ ਦੀ ਥਾਲੀ ਸੀ, ਉਹਦੇ ਵਿੱਚ ਮੱਕੀ ਦੇ ਦਾਣੇ ਪਾ ਲੈ। ਹਾਂਜੀ ਉਹ ਹੁਣ ਕਮਾਵੇ ਤੋਂ ਖਟਕਣੇ ਸੀ ਹੈਂ, ਉਹਨੂੰ ਕਹੇ ਪੇ ਅਨਹਦ ਬਾਜਾ, ਉਹ ਵੀ ਕਹਿਣਾ ਅਨਹਦ ਬਾਜਾ ਸੁਣਿਆ। ਅਤੇ ਇਸ ਤਰ੍ਹਾਂ ਲੋਕ ਬਹੁਤ ਤਰ੍ਹਾਂ ਦੀ ਵਿਡੰਬਨੀ ਕਿਰਿਆ ਕਰਦੇ ਆ। ਪਰ ਜਿਹੜੇ ਗੁਰੂ ਪਿਆਰੇ ਆ ਉਹ ਇਹਨਾਂ ਦੇ ਇਸ ਤਰ੍ਹਾਂ ਦੇ ਚੁੰਗਲ 'ਚ ਦਾ ਕਾਜ ਨਹੀਂ ਫਸ। ਉਹ ਕਹਿੰਦੇ ਮਹਾਰਾਜ ਅਨੰਦ ਬਾਣੀ ਪੂੰਜੀ ਸੰਤ ਨਥ ਰਾਖੀ ਪੂੰਜੀ। ਇਹ ਗੁਰਬਾਣੀ ਜਿਹੜੀ ਇਹੀ ਆਨੰਦ ਬਾਣੀ, ਇਹ ਆਨੰਦ ਬਾਣੀ, ਇਹ ਅਨਹਦ ਨਾਦ ਹੈ। ਇਹਦਾ ਕੀਰਤਨ ਸੁਣਨਾ, ਜਸ ਸੁਣਨਾ, ਅੰਤਰਾਤਮੇ ਆਨੰਦ ਲੈਣਾ। ਪਰ ਜਿਹੜੇ ਮਨਮੁਖ ਉਹ ਇਸ ਤਰ੍ਹਾਂ ਦੇ ਹਾਂਜੀ ਭਜਨ ਵਿਲਾਸ ਕਰਕੇ ਭੋਲੇ ਭਾਲਿਆਂ ਨੂੰ ਅਖੇੜਾ ਲਾਉਂਦੇ। ਪਹਿਲਾਂ ਤੋਂ ਚੱਲ ਜਾਂਦੇ ਆ, ਜਦੋਂ ਕੁਝ ਮਿਲਦਾ ਨਹੀਂ ਫਿਰ ਉਹ ਛੱਡ ਛਡਾ ਕੇ ਲੈ ਵੀ ਗਏ, ਵੀ ਮਿਲਿਆ ਵੀ ਕੁਝ ਨਹੀਂ, ਨਾ ਉੱਧਰ ਦੇ ਜੋਗੇ ਨਾ ਇੱਧਰ ਦੇ, ਨਾ ਇਤਕੇ ਨਾ ਉਤਕੇ, ਵਿੱਚੋਂ ਖਾ ਗੁੱਤ ਕੇ ਗੋਤੇ ਖਾਂਦੇ। ਪਰ ਕਬੀਰ ਸਾਹਿਬ ਕਹਿੰਦੇ ਆ ਕਿ ਜਿਹੜਾ ਅਧੂਰਾ ਅੰਧਾ ਆਗੂ ਜੇ ਥੀ ਹੈ ਸਭ ਸਾਥ ਮਹਾਵੈ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸ, ਕੋਈ ਨਾ ਪੁੱਛ ਨਾ ਹਰਾ ਦੂਜਾ ਕਾਚੇ ਸਾਹਿਬ ਕਾ ਪ੍ਰਗਾਸ। ਉਹ ਤਾਂ ਇੱਥੇ ਟਿਕੇ ਹੈ। ਅਤੇ ਜਿਹੜੇ ਵੀ ਇਸ ਤਰ੍ਹਾਂ ਕਾਚੇ ਗੁਰ 'ਤੇ ਮੁਕਤ ਨਾ ਹੋਆ,
ਉਹ ਫਿਰ ਭਟਕਦੇ ਆ, ਸਮਾਂ ਜਿਹੜਾ ਵਿਅਰਥ ਗਵਾ ਲੈਂਦੇ ਆ। ਇਸ ਕਰਕੇ ਮਹਾਰਾਜ ਬਾਣੀ ਸਾਨੂੰ ਸਮੱਤ ਦਿੰਦੇ ਆ ਕਿ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਨੇ ਉਹ ਖਾਲੀ ਹੈ, ਅਤੇ ਜਿਨ੍ਹਾਂ ਨੂੰ ਕੁਝ ਪਾ ਲਿਆ ਉਹ ਕਾਹਨੂੰ ਗੱਲਾਂ ਵਾਧੂ ਕਰਦੇ ਆ। ਜਿਨ ਹਰ ਪਾਇਆ ਕਿਨੇ ਛੁਪਾਇਆ, ਉਹਦਾ ਆਪਣਾ ਵੀ ਛੁਪਾਉਂਦੇ ਆ, ਜ਼ਾਹਰ ਹੀ ਨਹੀਂ ਕਰਦੇ। ਇਸ ਕਰਕੇ ਕਹਿੰਦੇ ਆ ਕਹੋ ਕਬੀਰ ਛੂਛਾ ਘੱਟ ਬੋਲਿਆ। ਕਬੀਰ ਸਾਹਿਬ ਕਹਿੰਦੇ ਜਿਹੜੇ ਛੂਛੇ ਹੈਗੇ ਆ ਘੜੇ ਵਾਂਗੂ, ਉਹ ਬੋਲਦੇ ਬਹੁਤੀਆਂ ਗੱਲਾਂ ਕਰਦੇ ਹਨ। ਭਰਿਆ ਹੋਏ ਸੁਕਬ ਹੋ ਨਾ ਡੋਲੇ। ਜਿਹੜਾ ਭਰਿਆ ਹੋਇਆ ਸ਼ੁਭ ਗੁਣਾਂ ਨਾਲ ਗਿਆਨ ਅਵਸਥਾ 'ਚ ਭਰਪੂਰ ਹੋਇਆ ਹੋਇਆ, ਉਹ ਕਦੇ ਵੀ ਡੋਲਦਾ ਨਹੀਂ। ਉਹ ਤਾਂ ਭਾਈ ਮਨੀ ਸਿੰਘ ਬੰਦ ਵੀ ਕੱਟਿਆ ਜਾਏ, ਹਾਰਾ ਫਿਰ ਜਾਏ, ਜਬੂਰਾਂ ਨਾਲ ਮਾਸ ਨੋਚਿਆ ਜਾਏ, ਪੁੱਤਾਂ ਦੇ ਕਾਲਜੇ ਮੂੰਹ ਪੁੰਨੇ ਜਾਣ, ਸਵੇਗ ਸਿੰਘ ਸਵਾਜ ਨੂੰ ਚਰਖੜੀਆਂ ਦੇ ਤੁੰਬੇ ਹੋ ਜਾਏ, ਡੋਲਦੇ। ਭਾਈ ਤਾਰੂ ਸਿੰਘ ਸਾਹਿਬ ਕੈਸੇ ਮਹਾਂਪੁਰਖ ਹੋਏ, ਭਰੇ ਹੋਏ ਸੀ, ਗਿਆਨ ਅਵਸਥਾ ਵਿੱਚ ਭਰਪੂਰ ਸੀ, ਗੁਰੂ ਦੇ ਮੁਕੰਮਲ ਗਿਆਨ ਨਾਲ ਸੰਤੁਸ਼ਟ ਹੋ ਗਏ। ਇਸ ਵਾਸਤੇ ਉਹ ਕਹਿੰਦੇ ਕਦੇ ਵੀ ਡੋਲਦੇ ਨਹੀਂ। ਇਹ ਸਤਸੰਗੀਓ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੁਆਰਾ ਵਿਚਾਰ ਸੁਣਿਆ। ਅੱਜ ਅਸੀਂ ਗੁਰੂ ਮਹਾਰਾਜ ਦਾ ਵਿਆਹ ਪੁਰਬ ਸਮਾਗਮ ਗੁਰਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ। ਸੋ ਧੰਨ ਸ਼੍ਰੀ ਗੁਰੂ ਜੀ 15 ਸਾਲ ਦੀ ਅਵਸਥਾ 'ਚ ਇਸ ਨਗਰ 'ਚ ਆਏ, ਬੋਧੀਖਾਨੇ ਦੀ ਕਿਰਤ ਕੀਤੀ। ਫਿਰ ਬੇਬੇ ਨਾਨਕੀ, ਭਾਈਆ ਜੈ ਰਾਮ, ਉਹਨਾਂ ਦੇ ਪਿਤਾ ਪਰਮਾਨੰਦ ਜੀ ਉੱਧਰ ਆਏ, ਬਲਾਰ ਦੌਲਤ ਖਾਨ ਲੋਧੀ, ਮਾਤਾ ਪਿਤਾ ਸਾਰੀ ਵਿਚਾਰ ਕਰਕੇ ਅਤੇ ਹੁਣ ਕਿਰਤ ਸੋਹਣੀ ਕਰਦੇ ਆ, ਇਹਨਾਂ ਦਾ ਸ਼ਾਦੀ ਸਮਾਗਮ ਕਰੀਏ। ਫਿਰ ਭਾਈਆ ਜੈ ਰਾਮ ਉੱਧਰ ਮਹਿਤਾ ਕਲਿਆਣ ਚੰਦਰ, ਉਹ ਰਾਏ ਭੋਜ ਤਲਵੰਡੀ ਉਸ ਇਲਾਕੇ ਦੇ ਵਿੱਚ ਪਟਵਾਰੀ ਸੀਗੇ। ਭਾਈਆ ਜੀ ਇੱਥੇ ਇਸ ਇਲਾਕੇ ਦੇ ਪਟਵਾਰੀ ਸੀ, ਅਤੇ ਵੱਡਿਆਂ ਘਰਾਂ ਦਾ ਜਿਵੇਂ ਬਚਨ ਆ। ਉੱਧਰ ਫਿਰ ਖੇਤਾ ਰੰਧਾਵਾ, ਉਹਦਾ ਪੁੱਤਰ ਅਜਿੱਤਾ ਰੰਧਾਵਾ, ਇਹ ਉਸ ਇਲਾਕੇ ਦੇ ਕਾਰਦਾਰ ਸੀ। ਜਿਵੇਂ ਇੱਥੇ ਦੌਲਤ ਖਾਨ ਲੋਧੀ ਤਲਵੰਡੀ ਰਾਏ ਬੁਲਾਰ ਸੀ, ਉਹ ਚੌਧਰੀ ਸੀ। ਉਹਨਾਂ ਦੇ ਪਟਵਾਰੀ ਸੀ ਬਾਬਾ ਮੂਲ ਚੰਦ ਜੀ। ਉਹ ਫਿਰ ਇਹਨਾਂ ਦਾ ਆਪਸ ਵਿੱਚ ਮਿਲਾਪ, ਕਿਉਂਕਿ ਜਦੋਂ ਕਸ਼ ਕਰਨ ਵਾਸਤੇ ਜਾਂਦੇ ਸੀ ਅਤੇ ਅਫਸਰਾਂ ਦਾ ਇੱਕ ਦੂਜੇ ਨਾਲ ਲਿੰਕ ਹੁੰਦਾ ਹੀ ਹੈ। ਫਿਰ ਭਾਈਆ ਜੈ ਰਾਮ ਜੀ ਦੇ ਨਾਲ ਲੜਕੀ ਵਾਲੇ ਵੀ ਵਚਨ ਕਈ ਵਾਰੀ ਕਰ ਲੈਂਦੇ ਕਿ ਸਾਡੀ ਲੜਕੀ ਵਰ ਪ੍ਰਾਪਤ ਆ, ਸਾਨੂੰ ਯੋਗ ਵਰ ਦੱਸਿਆ ਜਾਏ। ਇਹ ਭਾਈਆ ਜੀ ਦੇ ਨਾਲ ਬਾਬਾ ਮੂਲ ਚੰਦ, ਕਿ ਉਹਨਾਂ ਦੇ ਇੱਕੋ ਇੱਕ ਸਪੁੱਤਰੀ ਸੀ ਜਿਹਦਾ ਨਾਮ ਸੀ ਚੋਣੀ, ਬਾਅਦ ਵਿੱਚ ਜਿਹਦਾ ਨਾਮ ਸਤਿਗੁਰਾਂ ਨੇ ਜਾਗਤ ਮਾਤਾ ਸੁਲੱਖਣੀ ਰੱਖਿਆ, ਸ਼ੁਭ ਲੱਛਣਾਂ ਵਾਲੀ। ਸੋ ਇਸ ਵਾਸਤੇ ਅਤੇ ਭਾਈਆ ਜੀ ਦੇ ਨਾਲ ਬਚਨ ਵਿਲਾਸ ਹੋਇਆ ਬੇਬੇ ਜੀ ਔਰ ਭਾਈਆ ਜੀ ਦੁਆਰਾ, ਅਤੇ ਮਹਿਤਾ ਕਲਿਆਣ ਚੰਦਰ ਜੀ ਮਹਾਰਾਜ ਸਤਿਕਾਰਯੋਗ ਪਿਤਾ ਜੀ, ਅਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਸਾਰੀ ਵਿਚਾਰ ਕਰਕੇ ਰਾਏ ਬੁਲਾਰ ਦੌਲਤ ਖਾਨ ਲੋਧੀ, ਖੇਤਾ ਰੰਧਾਵਾ, ਇੱਧਰ ਰਿਸ਼ਤੇ ਦਾ ਸਾਰੀ ਗੱਲਬਾਤ ਚਲਾ ਕੇ, ਅਤੇ ਉਹ ਜਿਹੜਾ ਮੂਲ ਚੰਦ ਸੀ ਉਹਦਾ ਪ੍ਰੋਤ ਜਿਹੜਾ ਸੀ, ਹਾਂਜੀ ਆਪਣੇ ਇੱਧਰ ਭਾਈਏ ਜੈਮਨ ਦਾ ਜਿਹੜਾ ਸੀ ਨਿੱਧਾ ਪ੍ਰੋਤ ਸੀ। ਅਤੇ ਇਹ ਸਾਰਾ ਫਿਰ ਵਿਚਾਰ ਕਰਕੇ ਅਤੇ ਮਹਾਰਾਜ ਦੀ ਜਿਹੜੀ ਕੁੜਮਾਈ ਦੀ ਰਸਮ ਉਹ ਕੀਤੀ। ਉਸ ਤੋਂ ਬਾਅਦ ਫਿਰ ਵਿਆਹ ਦਾ ਦਿਨ ਮੁਕਰਰ ਕਰਕੇ ਅਤੇ ਫਿਰ ਇਹ ਸਾਰਾ ਸਮਾਗਮ ਹੋਇਆ। ਅਤੇ ਗੁਰੂ ਕੇ ਬਾਗ ਗੁਰਦੁਆਰਾ ਬੇਬੇ ਨਾਨਕੀ ਦਾ ਪੁਰਾਤਨਕਾਰ ਮਹਾਨ ਕੋਸ਼ ਪੰਡਿਤ ਕਾਹਨ ਨਾਭਾ ਨੇ ਲਿਖਿਆ। ਸੋ ਉੱਥੋਂ ਫਿਰ ਇਹ ਬਰਾਤ ਜਿਹੜੀ ਪੜਾਓ ਪੜਾਈ ਬਟਾਲੇ ਪਹੁੰਚੇ। ਉੱਥੇ ਚਲੇ ਗਏ ਅਤੇ ਮਹਾਰਾਜ ਦੀਨ ਦਿਆਲ ਸੀਗੇ, ਜਿੱਥੇ ਸੰਗਤਾਂ ਨਾਲ ਮਹਾਰਾਜ ਨੇ ਦੇਖਿਆ ਵੀ ਜਿਹਨਾਂ ਨੂੰ ਪੁੱਛਦਾ ਕੋਈ ਨਹੀਂ, ਉਹਨਾਂ ਨੂੰ ਵੀ ਲੈ ਗਿਆ ਨਾਲ ਲੰਗੜੇ ਲੂਲੇ ਪਿੰਗਲੇ ਜਾ। ਹਾਂਜੀ, ਅਤੇ ਚਲੋ ਇਹ ਵੀ ਯਾਦ ਕਰਨਗੇ ਸਾਨੂੰ ਤਾਂ ਕੋਈ ਲਿਜਾਂਦਾ ਨਹੀਂ, ਹਰਨੇਕ ਚਾਹੁੰਦਾ ਚੰਗੀ ਪਰਸਨੈਲਿਟੀ ਹੋਵੇ।
ਮਹਾਰਾਜ ਚੇਤੇ ਕਰਨ ਕੋਈ ਮਹਾਰਾਜ ਨੇ ਸਾਨੂੰ ਵੀ ਕੋਈ ਨਵਾਜਿਆ। ਉਹ ਜਿਹੜੇ ਉਹਨੇ ਇਸ ਤਰ੍ਹਾਂ ਦੇ ਦੇਖ ਕੇ ਕਾਣੇ ਮੀਣੇ ਲੰਗੜੇ ਲੂੰਗੜੇ ਵੀ ਨਾਲ ਸੀਗੇ। ਅਤੇ ਉਹ ਦੱਸਿਆ ਵੀ ਮੂਲ ਚੰਦ ਨੂੰ ਐਂ ਹੋਇਆ। ਉਹਨੇ ਆਪਣੀ ਬੜੀ ਹੱਦ ਤੱਕ ਸਮਝੀ, ਬੇਇੱਜ਼ਤੀ ਸਮਝੀ। ਹਾਂਜੀ, ਉਹਨੇ ਵੇਖ ਹਾਂਜੀ ਰਚਿਆ ਖੜ ਜੰਤਰ ਜਿਹਾ। ਉਹ ਇੱਕ ਮਕਾਨ ਦੀ ਕੰਧ ਖੜੀ ਸੀ ਤੋਂ ਐਂ ਲਿਪੀ ਹੋਈ ਸੀ ਜਿਵੇਂ ਡਿੱਗਣ ਵਾਲੀ ਹੁੰਦੀ। ਅਤੇ ਉਹ ਸਾਧ ਸੰਗੀ ਕਹਿੰਦੇ ਵੀ ਸਾਡੇ ਰਿਵਾਜ਼ ਆ ਇੱਥੇ ਅਸੀਂ ਲਾੜਾ ਜਿਹੜਾ ਆਉਂਦਾ ਬਾਲ ਕੇ ਇਸ਼ਨਾਨ ਕਰਾਉਂਦੇ ਹਾਂ। ਇਹ ਸਾਡੀ ਇੱਕ ਰਸਮ ਰੀਤੀ ਹੈ। ਮਹਾਰਾਜ ਜਾਣ ਸੀਗੇ, ਸੱਚੇ ਪਾਤਸ਼ਾਹ ਸਮਰੱਥ ਸੇ ਸਰਬੱਗ ਸੀਗੇ, ਸਭ ਜਾਣਦੇ ਸੀ। ਉਹ ਇੱਕ ਮਾਈ ਸੀ ਆਪਣੇ ਭੰਡਾਰੀ ਖੱਤਰੀ ਉਹਨਾਂ ਦੀ। ਉਹ ਕਹਿੰਦੀ ਵੀ ਨਾਨਕ ਇੱਥੇ ਨਾ ਬੈਠੀ, ਇਹਨਾਂ ਨੇ ਤਾਂ ਆਹ ਪ੍ਰੋਗਰਾਮ ਬਣਾਇਆ। ਮਹਾਰਾਜ ਕਹਿੰਦੇ ਮਾਤਾ ਤੂੰ ਕਿਉਂ ਘਬਰਾਉਂਦੀ ਆ, ਸਾਡੇ ਵਿਆਹ ਦੀ ਨਿਸ਼ਾਨੀ 4 ਯੁੱਗ ਹੋਊਗੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ 4 ਯੁੱਗ ਉਹ ਹੁਣ ਕੰਧ ਸਾਹਿਬ ਸੰਭਾਲੀ ਹੈ ਅਤੇ ਗੁਰਦੁਆਰੇ ਦਾ ਨਾਮ ਵੀ ਕੰਧ ਸਾਹਿਬ ਹੈ। ਉਹ ਤੋਂ ਥੋੜ੍ਹਾ ਅੱਗੇ ਜਾਈਏ ਲੈਣ ਅਤੇ ਉੱਥੇ ਬਾਬਾ ਮੂਲ ਚੰਦ ਦਾ ਘਰ ਹੈ। ਉਹਨੂੰ ਡੇਰਾ ਸਾਹਿਬ ਕਹਿੰਦੇ, ਜਿੱਥੇ ਲਾਵਾਂ ਹੋਈਆਂ। ਜਿਹੜੇ ਉੱਥੇ ਜਾਈਏ ਨਾ ਅਤੇ ਇੱਕ ਫੋਟੋ ਵੀ ਲੱਗੀ ਹੋਈ ਹੈ ਪੁਰਾਣੇ ਆਰਟਿਸਟ ਨੇ ਬਣਾਈ। ਉਹ ਫਿਰ ਜਿਹੜੇ ਲਾਵਾਂ ਦਾ ਸਮਾਂ ਆਇਆ, ਹਾਂਜੀ ਉਹਨੇ ਗੱਲ ਸਾਡੀ ਦਾ ਗੱਲ ਬਣੀ ਨਹੀਂ। ਅਤੇ ਮਹਾਰਾਜ ਸਰਵਾਗਿਆ ਸਮਰੱਥ ਹੈ, ਹਾਂਜੀ ਦੀਨ ਦਿਆਲ ਹੈ। ਉਹ ਜਿਹੜੇ ਗਏ ਉਹਨੇ ਫਿਰ ਇੱਕ ਹੋਰ ਤਰੀਕਾ ਕੀਤਾ ਕਿ ਬੇਦ ਦੇ ਦੁਆਲੇ ਲਾਉਣਾ। ਫਲਾਣਾ ਬੇਦੀ ਕੱਢਦੇ ਸੀ। ਮੈਂ ਨਿਆਣਾ ਹੁੰਦਾ ਸੀ ਅਤੇ ਸਾਡੇ ਉਦੋਂ ਮੈਂ ਦੇਖਿਆ ਉਹ ਕਿਵੇਂ ਕਰਦੇ ਹੁੰਦੇ ਸੀ ਪੁਰਾਣੀ ਬੇਦੀ ਬਣਾ ਕੇ। ਅਤੇ ਉਹ ਸਾਧ ਸੰਗਤ ਜੀ ਕਹਿੰਦੇ ਕਿ ਬੇਦਾਂ ਦੁਆਲੇ ਬੇਦੋ ਭਾਵਾ ਅਗਨੀ ਭਾਵਾ ਬਿਤਰਾ। ਜੇ ਬੇਦ ਨਾ ਹੋਵੇ ਅਤੇ ਫਿਰ ਅੱਗ ਦੁਆਲੇ ਜਾਂ ਬਾਹਮਣ ਦੁਆਲੇ। ਜ਼ਿਲ੍ਹੇ ਹੋਇਆ ਮਹਾਰਾਜ ਨੇ ਇਹ ਜਿਹੜਾ ਜਾਲ ਹੀ ਨਹੀਂ ਬਣਾਇਆ ਹੋਇਆ ਸੀ। ਅਤੇ ਜਿਵੇਂ ਉਹ ਵਿਆਹ ਸੀ ਅਤੇ ਉੱਧਰ ਪੰਡਤਾਣੀ ਕਹਿਣ ਲੱਗੀ ਮਹਾਰਾਜ ਸਿਆਲ ਆ ਰਿਹਾ। ਨਿਆਣੇ ਨੇ ਕਹਿੰਦਾ ਵੀ ਫਿਕਰ ਕਰੋ। ਹਾਂਜੀ, ਉਹ ਕਹਿੰਦਾ ਵੀ ਇੰਨਾ ਰੂੰ ਚਾਹੀਦਾ। ਉਹ ਦੂਆ ਪੰਡਤ ਕਹਿੰਦਾ ਵੀ ਇਹ ਕੀ ਗੱਲ ਹੈ। ਉਹ ਕਹਿੰਦੇ ਗੱਲ ਸੁਣ, ਗੱਲ ਨਾ ਗੱਲ ਕਰ, ਮੂਹਰੇ ਆ ਰਿਹਾ ਸਿਆਲ ਅਤੇ ਆਪਾਂ ਰਜਾਈਆਂ ਵੀ ਬਣਾਉਣੀਆਂ ਨੇ। ਉਹਨੇ ਫਿਰ ਮੰਤਰ ਬਣਾ ਲਿਆ ਹਰਦੁਆਰ ਸਵਾਹਾ ਹਰਦੁਆਰ ਕਪਾਹਾ। ਅਤੇ ਉਹਨਾਂ ਦੀ ਸੀਟੀ ਰਲ ਗਈ। ਹਾਂਜੀ, ਇਸ ਤਰ੍ਹਾਂ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਸੀ। ਇਹ 'ਚ ਬੜੀ ਲੁੱਟ ਖਸੁੱਟ ਜਿਹੜੀ ਸੀ ਕਰਦੇ ਹੁੰਦੇ ਸੀ। ਅਤੇ ਮਹਾਰਾਜ ਨੇ ਉਹ ਜਾਲ ਤੋਂ ਕੱਢਣਾ ਸੀ ਸੱਚੇ ਪਾਤਸ਼ਾਹ ਨੇ। ਅਤੇ ਇਹਨਾਂ ਨੇ 3 ਯੁੱਗ ਤਾਂ ਕਰੀ ਗਏ। ਹੁਣ 4ਥੇ ਯੁੱਗ 'ਚ ਆਏ ਹਾਂ ਕਿ ਜੇ ਅਸੀਂ ਆ ਕੇ ਜਾਲ 'ਚੋਂ ਨਾ ਕੱਢਿਆ ਤਾਂ ਸਾਡੇ ਹੁਣ ਦਾ ਫਾਇਦਾ ਕੀ ਹੋਇਆ ਪਖੰਡ 'ਚੋਂ। ਅਤੇ ਮਹਾਰਾਜ ਕਹਿੰਦੇ ਵੀ ਅਸੀਂ ਕਹਿੰਦੇ ਵੀ ਤੁਸੀਂ ਲਾਵਾਂ ਕਰਨਾ ਕਰਨੀਆਂ। ਮੁੜ ਤੋਂ ਇਹ ਰੀਤੀ ਤੁਰੀ ਆਈ। ਮਹਾਰਾਜ ਨੇ ਕਿਹਾ ਵੀ ਚੌਂਕੀ ਮੰਗਾਓ, ਸੁੰਦਰ ਵਸਤਰ ਵਿਛਾਇਆ, ਉਹਦੇ 'ਤੇ ਪਰਮਾਤਮਾ ਦਾ ਨਾਮ ਲੈ ਕੇ ਰੱਖ ਦਿਓ ਕਿ ਅਸੀਂ ਤਾਂ ਪਰਮਾਤਮਾ ਨੂੰ ਸਾਖੀ ਜਾਣ ਕੇ ਫਿਰ ਇਹ ਲਾਵਾਂ ਦੀ ਜਿਹੜੀ ਰਸਮ ਕਰਾਂਗੇ। ਭਾਈ ਬਾਲੇ ਦੀ ਜਿਹੜੀ ਸਾਨੂੰ ਸਾਖੀ ਉਹ 'ਚ 4 ਲਾਵਾਂ ਦੀ ਹੈਗੀ। ਅਤੇ ਫਿਰ ਗੁਰੂ ਰਾਮਦਾਸ ਵੇਲੇ ਕੋਈ ਗਰੀਬ ਸਿੱਖ ਸੀਗਾ, ਉਹ ਪੰਡਤਾਂ ਨੂੰ ਕਿਹਾ ਪਹਿਲਾਂ 500 ਰੁਪਇਆ ਠੇਕਾ ਕੀਤਾ। ਇਹ ਕਹਿੰਦਾ ਨਹੀਂ ਇੰਨੇ ਲਊਂਗਾ। ਉਹ ਕਹਿੰਦਾ ਹੁਣ ਕਿੱਥੋਂ ਲਿਆਵਾਂ, ਲੜਕੀ ਨੂੰ ਨਾ ਦੇ ਦਿੰਦਾ ਜੀ ਇੰਨੇ ਜੋਗਾ ਹੁੰਦਾ। ਇੱਕ ਗੁਰਸਿੱਖ ਮਿਲਿਆ, ਉਹ ਕਹਿੰਦਾ ਕੱਲ੍ਹ ਹੀ ਘਬਰਾਉਣਾ, ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਕਿਰਪਾ ਕਰੋ। ਜਿਹੜੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਵੀ ਲੰਗਰ ਵੀ ਅਸੀਂ ਛਕਾਵਾਂਗੇ, ਪ੍ਰਸ਼ਾਦ ਦੀ ਦੇਗ ਵੀ ਗੁਰੂ ਘਰ ਤੋਂ ਹੋਏਗੀ, ਲੜਕੀ ਦਾ ਖਰਚਾ ਪਾਣੀ ਵੀ ਅਸੀਂ ਸਾਰਾ ਕਰਾਂਗੇ। ਉਦੋਂ ਫਿਰ ਗੁਰੂ ਰਾਮਦਾਸ ਜੀ ਨੇ ਇਹ ਸੂਹੀ ਰਾਗ ਦੇ ਵਿੱਚ ਲਾਵਾਂ ਆਚਾਰੀਆਂ। ਅਤੇ ਹੁਣ ਗੁਰਸਿੱਖਾਂ ਦੇ ਵਿੱਚ ਉਹ ਪਰੰਪਰਾ ਜਿਹੜੀ ਹੈ ਉਹ ਮਰਜ਼ਾਦਾ ਮਹਾਰਾਜ ਬਣਾ ਲਿਆ। ਇਹ ਜਾਲ ਜਿਹੜਾ ਸੀ ਉਹਨਾਂ ਦਾ ਮਹਾਰਾਜ ਨੇ ਤੋੜਿਆ। ਇਹ ਕਿਰਪਾ ਪਹਿਲਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਆਪਣੇ ਵਿਆਹ ਦੇ ਵਿੱਚ ਹੀ ਕਰ ਗਏ। ਉਹ ਫਿਰ ਸਥਾਨ ਜਿਹੜਾ ਹੈ ਡੇਰਾ ਸਾਹਿਬ, ਉੱਥੇ ਫਿਰ ਮਹਾਰਾਜ ਦੀ ਸ਼ਾਦੀ ਹੋਈ। ਪਰ ਅੱਜ ਅਸੀਂ ਸੁਣਦੇ ਵੀ ਹਾਂ, ਸਭ ਕੁਛ ਪੜ੍ਹਦੇ ਵੀ ਹਾਂ, ਪਰ ਜਿਹੜੀ ਮਹਾਰਾਜ ਨੇ ਰਵਾਇਤ ਬਣਾਈ ਸੀ ਉਹਨੂੰ ਛੱਡਤੀ। ਹਾਂਜੀ, ਲਾਵਾਂ ਕਰ ਲੈਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ। ਅਤੇ ਬਾਅਦ 'ਚ ਜਾ ਕੇ ਜੋ ਆ ਸੱਦਦੇ ਆ ਰੇਡੀਓ ਸਿੰਗਰਾਂ 4.5 ਲੱਖ ਰੁਪਇਆ ਦੇ ਕੇ
ਗੰਦੇ ਗੀਤ ਸ਼ਰਾਬਾਂ ਤੋਂ ਆਪਾਂ ਕਿੰਨੇ ਜੀਵ ਜਵਾ ਹੁੰਦੇ, ਕੀ ਕੁਛ ਹੁੰਦਾ। ਇਹ ਗਲਤ ਰੀਤੀਆਂ ਜਿਹੜੀਆਂ ਬਹੁਤ ਚੱਲ ਪਈਆਂ। ਇਸ ਵਾਸਤੇ ਗੁਰਪੁਰਬ ਮਨਾਉਣ ਦਾ, ਵਿਆਹ ਪੁਰਬ ਦਾ, ਵਿਆਹ ਤਾਂ ਇੱਕ ਵਾਰੀ ਹੋਇਆ, ਰੋਜ਼ ਨਹੀਂ ਹੁੰਦਾ। ਮਨਾਉਣ ਦਾ ਮਤਲਬ ਇਹ ਹੈ ਇਤਿਹਾਸ ਸੁਣ ਕੇ ਜਿਹੜੀਆਂ ਸਾਡੇ ਵਿੱਚ ਕਰੀਤੀਆਂ ਆਈਆਂ ਇਹਨਾਂ ਨੂੰ ਛੱਡ ਕੇ ਗੁਰਮਤਿ ਅਨੁਸਾਰ ਉਸ ਮਰਜ਼ਾਦਾ ਵਿੱਚ ਆਈਏ। ਅਤੇ ਜਿਹੜਾ ਵਿਆਹ ਸ਼ਾਦੀਆਂ ਮਰਨੀਆਂ ਘਰਾਂ 'ਚ ਗੁਜ਼ਰ ਰਹੇ ਹਾਂ, ਉਜਾੜਾ ਨਾ। ਹੁਣ ਵਿਆਹਾਂ 'ਚ ਪਹਿਲਾਂ ਤਾਂ ਬਹੁਤ ਖਰਚਾ ਕਰਦੇ, ਫਿਰ ਡਿਵੋਰਸ ਹੋ ਜਾਂਦਾ, ਫਿਰ ਮੁਕੱਦਮਿਆਂ 'ਚ ਉਹ ਕਿੰਨਾ ਵੱਡਾ। ਕੱਲ੍ਹ ਸਾਨੂੰ ਸ਼ਾਮਗੜ੍ਹੋਂ ਫੋਨ ਆਇਆ ਕਿ ਉੱਥੇ ਉਹ ਸਰਦਾਰ ਹੁੰਦੇ ਬਹੁਤ ਵੱਡੇ, ਉਹ ਵਿਆਹ ਅਤੇ ਬਾਅਦ ਜੀ ਉਹ ਸਾਰੀ ਜ਼ਮੀਨ ਕੁਰਕੀ ਕਰਕੇ ਕੋਈ ਲੜਕੀ ਅਤੇ ਉਹਨੂੰ ਹੋਰ ਤਾਂ ਕਰ ਲਿਆ। ਇੱਕ ਜਲੰਧਰੋਂ ਅੱਜ ਕੱਲ੍ਹ ਇਹੋ ਜਿਹਾ ਬਹੁਤ ਚੱਲਿਆ। ਸੋ ਇਸ ਵਾਸਤੇ ਇਹ ਵਿਆਹ ਪੁਰਬ ਮਨਾਉਣ ਦਾ ਮਤਲਬ ਕਿ ਗੁਰੂ ਮਹਾਰਾਜ ਦੇ ਵਿਆਹ ਦੀ ਰਸਮ ਇਤਿਹਾਸ ਸੁਣ ਕੇ ਸਾਡੇ ਵਿੱਚ ਜਿਹੜੀਆਂ ਕਰੀਤੀਆਂ ਆਈਆਂ ਇਹਨਾਂ ਨੂੰ ਦੂਰ ਕਰਕੇ ਗੁਰਮਤਿ ਮਰਜ਼ਾਦਾ ਵਿੱਚ ਆਈਏ, ਤਾਂ ਜੋ ਰੋਜ਼ ਬਖੇੜੇ ਝਗੜੇ ਪੈਦਾ ਹੋ ਰਹੇ ਹੈ, ਅਦਾਲਤਾਂ ਥਾਣਿਆਂ ਟਪਾਣਿਆਂ ਨੂੰ ਘੁੰਮਦੇ ਆ। ਠੀਕ ਹੈ ਜੀ, ਉਹਦੇ ਵਾਸਤੇ ਕਿ ਸਾਨੂੰ ਇਹ ਕਰੀਤੀਆਂ ਛੱਡਣੀਆਂ ਚਾਹੀਦੀਆਂ। ਹੁਣ ਕਈ ਵਾਰੀ ਦੇਖਿਆ ਉੱਥੇ ਜੀ ਆਪਣੇ ਮੰਗਣੀ ਹੋ ਗਈ ਹੈ, ਕਾਰਡ ਛਪ ਗਏ, ਅਖੰਡ ਪਾਠ ਵੀ ਹੋ ਗਏ, ਅਤੇ ਮੌਕੇ 'ਤੇ ਆ ਕੇ ਸਾਨੂੰ ਕਾਰ ਚਾਹੀਦੀ। ਹੁਣ ਖੜੇ ਪੈਰਾਂ ਵਾਲਾ ਕਾਰ ਕਿੱਥੋਂ ਦੇਵੇ? ਕੋਈ ਇਸ ਤਰ੍ਹਾਂ ਜੀ ਹੋਇਆ ਕਿ ਸੰਤ ਬਾਬਾ ਮਹਿੰਦਰ ਸਿੰਘ ਹਰਪਾਲ ਵਾਲੇ ਮਹਾਂਪੁਰਖਾਂ ਨੂੰ ਉਹ ਇਸ ਆਉਂਦੇ ਤਾਂ ਹੁੰਦੇ ਆ, ਪਰ ਕਿਸੇ ਪ੍ਰੇਮੀ ਬਚਨ ਦੇ ਬੈਠੇ ਅਤੇ ਉਹਨਾਂ ਨੇ ਜੀ ਮੋਹਰੇ ਮੁੰਡੇ ਵਾਲਿਆਂ ਨੇ ਇਹੀ ਕੁਛ ਕੀਤਾ। ਸੰਤ ਕਹਿਣ ਲੱਗੇ ਕਿ ਅਸੀਂ ਤਾਂ ਕਦੀ ਆਏ ਨਾ ਇਸ ਜ਼ਿੰਮੇਵਾਰੀ ਪਹਿਲੀ ਵਾਰੀ ਕੀਤਾ ਵੀ ਨਹੀਂ, ਬਹੁਤ ਮਾੜੀ ਗੱਲ ਕੀਤੀ, ਇਹ ਬੜੀ ਬੇਇੱਜ਼ਤੀ ਹੈ। ਕਹਿਣਗੇ ਸੰਤਾਂ ਨੇ ਰਿਸ਼ਤਾ ਕਰਾਇਆ ਸੀ ਅਤੇ ਆਹ ਗੱਲ ਹੋਈ। ਉਹ ਫਿਰ ਭਾਈ ਜਸਵੰਤ ਸਿੰਘ ਬੀਬੀ ਦੀ ਪੰਡੋਰੀ ਨਗਰ ਆ ਨਾਲ ਹੀ ਹਰਪਾਲ ਦੇ, ਕਹਿਣ ਲੱਗੇ ਜਸਵੰਤ ਸਿੰਘ ਤੂੰ ਮਹਾਂਪੁਰਖਾਂ ਦਾ ਪੁਰਾਣਾ ਸੰਗੀ ਹੈ ਅਤੇ ਬੜੀ ਬੇਇੱਜ਼ਤੀ ਵਾਲੀ ਗੱਲ ਹੈ, ਅਤੇ ਹੁਣ ਸਾਡੀ ਇੱਜ਼ਤ ਰੱਖ। ਉਹ ਕਹਿੰਦੇ ਮਹਾਰਾਜ ਇੱਜ਼ਤ ਤਾਂ ਤੁਸੀਂ ਰੱਖਣੀ ਹੈ ਮਹਾਂਪੁਰਖਾਂ ਨੂੰ, ਇਹੀ ਤਾਂ ਗ੍ਰਸਤੀ ਬੰਦੇ ਆ। ਕਹਿੰਦੇ ਨਹੀਂ ਹੁਣ ਤੇਰੀ ਗੱਲ। ਕਹਿੰਦੇ ਜੀ ਹੁਕਮ। ਕਹਿੰਦੇ ਤੁਹਾਡੇ ਲੜਕੀ ਹੈ? ਕਹਿੰਦੇ ਹਾਂ ਮਹਾਰਾਜ ਬੱਚੇ ਤੁਹਾਡੇ ਹੀ ਆ। ਕਹਿੰਦੇ ਉੱਥੇ ਫਿਰ ਵਿਆਹ ਕਰ। ਹਾਂਜੀ, ਕਹਿੰਦੇ ਜੀ ਸੱਤ ਵਚਨ। ਉਹ ਫਿਰ ਹੁਣ ਧੌਲਪੁਰ ਰਹਿੰਦੇ ਆ ਮਾਸਟਰ ਜੀ, ਉੱਥੇ ਸ਼ਾਦੀ ਕੀਤੀ। ਉਹ ਸੰਤਾਂ ਨੇ ਇੰਨੀ ਖੁਸ਼ੀ ਉਹਨਾਂ ਨੂੰ ਬਖਸ਼ੀ, ਅੱਜ ਪਰਿਵਾਰ 'ਚ 9 ਨੇ ਤਾਂ 18 ਸਿੱਧਾ ਬਚਨ ਮੰਨੇ। ਸੋ ਇਸ ਕਰਕੇ ਇਹ ਜਿਹੜਾ ਆਪਾਂ ਵਿਆਹ ਗੁਰਪੁਰਬ ਮਨਾਉਂਦੇ ਹਾਂ, ਹੁਣ ਉੱਥੇ ਬੜੇ ਬੜੇ ਡੈਕ ਲਾਉਂਦੇ ਆ ਟਰੈਕਟਰਾਂ ਦੇ ਉੱਤੇ। ਜ਼ਿਲ੍ਹੇ ਬਟਾਲੇ ਜਾਂਦੇ ਆ ਅਤੇ ਉੱਥੇ ਵੀ ਉਹ ਗੰਦੇ ਗੀਤ ਜਾਂ ਬੋਲੀਆਂ ਪਾਉਂਦੇ ਫਿਰਦੇ ਆ। ਹਾਂਜੀ, ਅਤੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ ਕਿ ਫਿਰ ਉਹ ਸਾਡੇ ਟਕਸਾਲ ਵਾਲੇ ਜਿਹੜੇ ਸਿੰਘ ਆ ਉਹ ਨਹੀਂ ਥੋੜ੍ਹਾ ਜਿਹਾ ਫਿਰ ਹਾਂਜੀ ਦਵਿੰਦਰ ਸੁਣਿਆ ਉਹ ਫਿਰ ਥੋੜ੍ਹਾ ਜਿਹਾ ਕਰੜਾ ਵੀ ਹੱਥ ਰੱਖਿਆ, ਅਤੇ ਨਹੀਂ ਤਾਂ ਉਹ ਫਿਰ ਇਸ ਤਰ੍ਹਾਂ ਸ਼ਰਾਬਾਂ ਪੀ ਕੇ ਫਿਰਨਾ। ਬਾਬੇ ਦਾ ਵਿਆਹ ਹਾਂਜੀ, ਬਾਬੇ ਦੇ ਵਿਆਹ ਤੋਂ ਸਿੱਖਿਆ ਲੈ ਕੇ ਗੁਰਮਰਜ਼ਾਦਾ ਧਾਰਨੀ ਹੈ ਜਾਂ ਗੁਰੂ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਹਾਂ, ਉੱਥੇ ਸ਼ਰਾਬਾਂ ਪੀਣੀਆਂ ਜਾਂ ਐਸੀਆਂ ਕਰੀਤੀਆਂ ਕਰਨੀਆਂ, ਇਹ ਜਿਹੜੀਆਂ ਮਨਮਤਾਂ ਹੈਗੀਆਂ ਇਹ ਠੀਕ ਨਹੀਂ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਚਾਹੇ ਵਿਵਹਾਰ ਲੈ ਲਓ, ਰਾਜਨੀਤੀ ਲੈ ਲਓ, ਸਮਾਜ ਲੈ ਲਓ, ਧਰਮ ਲੈ ਲਓ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਪ੍ਰਕਾਰ ਦੀ ਸਿੱਖਿਆ ਮਹਾਰਾਜ ਨੇ ਬਖਸ਼ੀ ਹੈ। ਕਿਸੇ ਤਰ੍ਹਾਂ ਦੀ ਕੋਈ ਖੂਨਤਾਈ ਕਮੀ ਜਿਹੜੀ ਹੈ ਉਹ ਰਹਿਣ ਨਹੀਂ ਦਿੱਤੀ। ਹੁਣ ਆ ਹੋਰ ਚੱਲ ਪਿਆ, ਬੱਚੇ ਬੱਚੀਆਂ ਉਹ ਆਪਣੀ ਮਰਜ਼ੀ ਨਾਲ। ਬਾਣੀ ਦਾ ਪਹਿਲਾਂ ਲਿਖਿਆ ਨੂੰ ਕਿ ਕਾਜ਼ੀਆਂ ਬਾਹਮਣਾਂ ਦੀ ਗੱਲ ਸੱਕੀ ਅਗਦ ਪੜ੍ਹੇ ਸ਼ੈਤਾਨ ਬੇਲਦ। ਕਹਿੰਦੇ ਹੁਣ ਕਾਜ਼ੀਆਂ ਬਾਹਮਣਾਂ ਦੀ ਕਾਜ਼ੀ ਨਿਕਾਹ ਕਰਾਉਂਦੇ ਸੀ ਅਤੇ ਪੰਡਤ ਲੋਕ ਸਾਡੇ ਦਾਵਾਂ ਕਰਾਉਂਦੇ ਸੀ। ਉਹ ਤਾਂ ਕਹਿੰਦੇ ਖਾ ਕੇ ਪਹਿਲਾਂ ਵਿਚੋਲੇ ਵਿਚਾਲੇ ਹੁੰਦੇ ਸੀ, ਬਾਹਮਣ ਨਾਈ, ਹੁਣ ਸਿੱਧਾ ਰਿਸ਼ਤੇਦਾਰ ਚੱਲ ਪਿਆ। ਹੁਣ ਮੁੰਡੇ ਕੁੜੀਆਂ ਪੜ੍ਹਦੇ ਆਪਣੇ ਆਪ ਹੀ ਕਰ ਲੈਂਦੇ ਹੈ, ਮਾਂ ਪਿਓ ਨੂੰ ਪੁੱਛਦੇ। ਮਾਂ ਪਿਓ ਨੇ ਕਿੰਨੇ ਪਹਿਲਾਂ ਜਨਮ ਦਿੱਤਾ, ਪੜ੍ਹਾਇਆ ਲਿਖਾਇਆ, ਕਿੰਨਾ ਖਰਚ ਕੀਤਾ, ਅਤੇ ਕਹਿੰਦੇ ਸਾਡੀ ਪਰਸਨਲ ਲਾਈਫ ਹੈ। ਹੁਣ ਤੁਹਾਡੀ ਪਰਸਨਲ ਲਾਈਫ ਬਣ ਗਈ ਅਤੇ ਜਿਹਨੇ ਤੁਹਾਡੇ 'ਤੇ ਆਪਣਾ ਤਾਣਾ ਪੇਟਾ ਸਾਰਾ ਲਾਇਆ ਉਹਨਾਂ ਦਾ ਹੁਣ ਕੋਈ ਅਧਿਕਾਰ ਹੀ ਨਹੀਂ ਰਹਿ ਗਿਆ। ਇਹ ਅੱਜ ਕੱਲ੍ਹ ਆਮ ਮੁੰਡੇ ਕੁੜੀਆਂ 'ਚ ਇਹ ਗੱਲਾਂ ਗਲਤ ਚਲੀਆਂ ਹੋਈਆਂ, ਪਰ ਉਹ ਫਿਰ ਸਿਰੇ ਵੀ ਨਹੀਂ ਚੜ੍ਹਦੇ।
ਨਿਭਦੇ ਨਹੀਂ ਜਿਹੜੇ ਇਸ ਤਰ੍ਹਾਂ ਦੇ ਹੈਗੇ। ਪਰ ਜਿਹੜੇ ਗੁਰਮੁਖ ਮਰਜ਼ਾਦਾ ਵਿੱਚ ਗੁਰੂ ਦੇ ਭੈ ਵਿੱਚ ਰਹਿ ਕੇ ਸਾਰਾ ਕੁਝ ਕਰਦੇ ਆ ਅਤੇ ਮਹਾਰਾਜ ਉਹਨਾਂ ਦੇ ਅੰਗ ਸੰਗ ਵੀ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਬਾਂਹ ਵੀ ਫੜਦੇ ਆ, ਉਹਨਾਂ ਦੀ ਸਹਾਇਤਾ ਵੀ ਕਰਦੇ। ਸੋ ਇਸ ਕਰਕੇ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਫਿਰ ਇਹ ਸਾਰਾ ਸਮਾਗਮ ਜਿਲੇ ਹੋਇਆ ਅਤੇ ਗੁਰੂ ਮਹਾਰਾਜ ਆਪਣੇ ਆਨੰਦ ਸਰੂਪ ਕਿਰਤ ਕਰਦੇ ਹੁੰਦੇ ਸੀ। ਅਤੇ ਮਾਤਾ ਚੰਦੋ ਰਾਣੀ ਮਹਾਰਾਜ ਦੀ ਸੱਸ ਸੀ ਅਤੇ ਉਹ ਥੋੜ੍ਹਾ ਜਿਹਾ ਕਰੜੇ ਸੁਭਾਅ ਦੀ ਸੀ ਅਤੇ ਸਹੁਰਾ ਸਾਹਿਬ ਵੀ ਇਸ ਤਰ੍ਹਾਂ ਸੀ। ਉਹਨੇ ਆ ਕੇ ਫਿਰ ਬਹੁਤ ਬੇਬੇ ਜੀ ਨਾਲ ਹਾਂਜੀ ਕਈ ਵਾਰੀ ਬਾਗ ਕਰਨਾ ਅਤੇ ਬੇਬੇ ਜੀ ਨਾਲ ਫਿਰ ਕਹਿਣਾ ਕਿ ਦੱਸੋ ਮਾਸੀ ਜੀ ਤੁਹਾਡੀ ਸੁਪੁੱਤਰੀ ਨੂੰ ਕੋਈ ਬਸਤਰ ਦੀ ਕਮੀ, ਕਿਸੇ ਪਦਾਰਥ ਦੀ ਜਾਂ ਕੋਈ ਸਤਿਕਾਰ ਪਿਆਰ ਦੀ ਕਮੀ ਹੈ। ਫਿਰ ਜਿਲ੍ਹੇ ਜਾਣਾ ਆਪਣੇ ਮਾਤਾ ਜੀ ਕੋਲ ਅਤੇ ਉਹਨਾਂ ਦੀ ਮਾਤਾ ਨੂੰ ਕਹਿਣਾ ਹੋਰ ਤਾਂ ਕੋਈ ਨਹੀਂ ਕਿ ਉਹ ਤਾਂ ਹਰ ਵੇਲੇ ਸਾਧਾਂ ਸੰਤਾਂ ਜੀ ਬੈਠੇ ਆ ਜਾਂ ਉੱਥੇ ਮੋਦੀਖਾਨਾ ਕਰਦੇ ਆ। ਇਹ ਗ੍ਰਸਤੀ ਹੁੰਦਾ ਆ ਅਤੇ ਪਿਆਰ ਸਤਿਕਾਰ ਮਿਲੇ ਮਿਲਾਏ। ਹਾਂਜੀ ਫਿਰ ਬੇਬੇ ਜੀ ਕੋਲ ਆਈ ਅਤੇ ਕੁੜੀ ਕਹਿੰਦੀ ਮੈਨੂੰ ਸਾਰਾ ਕੁਛ ਮਿਲਦਾ ਗਿਲਦਾ ਗੱਲ ਆ। ਅਤੇ ਫਿਰ ਕਹਿਣ ਲੱਗੇ ਕਿ ਇਸ ਤਰ੍ਹਾਂ ਪ੍ਰੇਮ ਪਿਆਰ ਦਿਲਾਸਾ ਮਹਾਰਾਜ ਜਿਲੇ ਲੰਗਰ ਛਕਣ ਵਾਸਤੇ ਬੇਬੇ ਜੀ ਦੇ ਪਾਸ ਆਏ। ਫਿਰ ਬੇਨਤੀ ਕੀਤੀ ਕਿ ਮਹਾਰਾਜ ਕਿ ਆਪ ਤਾਂ ਆਨੰਦ ਸਰੂਪ ਹੈ, ਮੈਂ ਤੁਹਾਨੂੰ ਕਦੀ ਭਰਾ ਜਾਣਿਆ ਨਹੀਂ, ਤੁਸੀਂ ਨਿਰੰਕਾਰੀ ਜੋਤ ਆ, ਪਰ ਸੰਸਾਰੀ ਜਿਹੜੇ ਲੋਕ ਆ ਉਹਨਾਂ ਦੀ ਆਪਣੀ ਬਿਰਤੀ ਵਗੈਰਾ ਹੁੰਦੀ ਹੈ ਅਤੇ ਤੁਸੀਂ ਘਰ ਵੀ ਗੇੜਾ ਮਾਰਿਆ ਕਰੋ। ਇਸ ਵਾਸਤੇ ਮਹਾਰਾਜ ਕਹਿੰਦੇ ਭੈਣ ਜੀ ਅਸੀਂ ਅੱਜ ਤੱਕ ਤੁਸੀਂ ਸਾਥੋਂ ਵੱਡੇ ਹਾਂ, ਤੁਹਾਡਾ ਹੁਕਮ ਨਹੀਂ ਮੋੜਿਆ। ਬੇਬੇ ਕਹਿੰਦੇ ਮਹਾਰਾਜ ਹੁਕਮ ਤਾਂ ਤੁਹਾਡਾ ਹੀ ਆ, ਮੇਰੀ ਤਾਂ ਬੇਨਤੀ ਹੈ, ਹੁਕਮ ਦੇਣ ਵਾਲੇ ਸਾਫ ਨਹੀਂ ਆ ਕਰਨ ਦਾ, ਮੈਂ ਤਾਂ ਬੇਨਤੀ ਕਰਨੀ। ਠੀਕ ਹੈ ਦੁਨਿਆਵੀ ਤੌਰ 'ਤੇ ਉਮਰ 'ਚ ਮੈਂ ਵੱਡੀ ਹਾਂ, ਗਿਆਨ 'ਚ ਆਪ ਵੱਡਾ, ਇਸ ਵਾਸਤੇ ਮੈਂ ਕੋਈ ਦੁਨਿਆਵੀ ਰਿਸ਼ਤਾ ਨਹੀਂ ਤੁਹਾਡੇ ਨਾਲ ਰੱਖਿਆ। ਪਰਮਾਰਥ ਬੇਬੇ ਜੀ ਦੇ ਆਪਣੇ ਕੋਈ ਬੱਚਾ ਨਹੀਂ ਸੀ, ਪਰ ਉਹਨੇ ਆਪਣੇ ਲਈ ਕਦੀ ਮੰਗ ਨਹੀਂ ਕੀਤੀ। ਫਿਰ ਬੇਬੇ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਂ ਚਾਹੁੰਦੀ ਹਾਂ ਕਿ ਬੇਦੀ ਵੰਸ਼ ਦੀ ਪਰੰਪਰਾ ਜਿਹੜੀ ਹੈ ਚੱਲਦੀ ਰਹੇ। ਇਹ ਠੀਕ ਹੈ ਜਿਹਨੇ ਸਿੱਖਿਆ ਕਿ ਤੁਹਾਡੇ ਨਾਦੀ ਪੁੱਤਰ ਨਾਦ ਹੁੰਦਾ ਜਿਹੜਾ ਸ਼ਬਦ ਹੁੰਦਾ, ਗੁਰੂ ਮੰਤਰ ਦਿੰਦਾ, ਉਪਦੇਸ਼ ਦਿੰਦਾ, ਜਿਹੜਾ ਉਪਦੇਸ਼ ਗੁਰੂ ਦੀ ਸਿੱਖਿਆ ਸੁਣ ਕੇ ਸਿੱਖ ਬਣ ਜਾਏ ਉਹ ਨਾਦੀ ਪੁੱਤਰ ਹੋ। ਇਹ ਬਿੰਦੀ ਔਲਾਦ ਵੀ ਤੁਹਾਡੀ ਚਾਹੀਦੀ ਬੇਦੀ ਵੰਸ਼। ਅਤੇ ਮਹਾਰਾਜ ਕਹਿੰਦੇ ਕੋਈ ਨਹੀਂ ਬੇਬੇ ਜੀ ਅਕਾਲ ਪੁਰਖ ਦੇ ਹੁਕਮ 'ਚ ਹੀ ਹੈ, ਮਹਾਰਾਜ ਤੁਹਾਡੀ ਆਪਣੇ ਲਈ ਤਾਂ ਤੁਸੀਂ ਮੰਗਿਆ ਨਹੀਂ। ਕਹਿੰਦੇ ਮਹਾਰਾਜ ਬੇਦੀ ਵੰਸ਼ ਦੀ ਮੈਂ ਪੁੱਤਰੀ ਹਾਂ, ਬੇਦੀ ਵੰਸ਼ ਦੀ ਪੀੜ੍ਹੀ ਚੱਲਣੀ ਚਾਹੀਦੀ। ਅਤੇ ਮਹਾਰਾਜ ਨੇ ਕਿਰਪਾ ਕੀਤੀ, ਸਮੇਂ ਨਾਲ 1552 'ਚ ਬਾਬਾ ਸ਼੍ਰੀ ਚੰਦ ਜੀ ਦਾ ਅਵਤਰਨ ਹੋਇਆ ਔਰ 1553 ਦੇ ਵਿੱਚ ਬਾਬਾ ਲక్ష్ਮੀ ਦਾਸ ਜੀ ਦਾ। ਅਤੇ ਜਿਸ ਵੇਲੇ ਫਿਰ ਮਹਾਰਾਜ ਇੱਥੇ ਨਿੰਦਕਾਂ ਨੇ ਬੜੀਆਂ ਚੁਗਲੀਆਂ ਕੀਤੀਆਂ, ਹਿਸਾਬ ਕਿਤਾਬ 3 ਵਾਰੀ ਹੋਏ, ਵਾਧਾ ਨਿਕਲਦਾ ਰਿਹਾ। ਮਹਾਰਾਜ ਬੇਰ ਸਾਹਿਬ ਇਸ਼ਨਾਨ ਦੇ ਬਹਾਨੇ ਸੱਚਖੰਡ ਚਲਾ ਗਏ। ਤੀਏ ਦਿਨ ਫਿਰ ਸੰਤ ਘਾਟ ਪ੍ਰਗਟ ਹੋਏ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਸੁਲਤਾਨਪੁਰ ਹੋਈ ਹੈ ਸੰਤ ਘਾਟ। ਉੱਥੇ ਵੀ ਮਹਾਰਾਜ ਨੇ ਮੂਲ ਮੰਤਰ ਉਚਾਰਿਆ ਅਤੇ ਮਰਦਾਨੇ ਨੂੰ ਰਾਗ ਵੀ ਅਤੇ ਨਾਦ ਵੀ ਦੋਨੋਂ ਚੀਜ਼ਾਂ ਬਖਸ਼ੀਆਂ। ਫਿਰ ਮਹਿਤਾ ਜੀ ਮਾਤਾ ਜੀ ਸੱਸ ਸਹੁਰਾ ਬਿਰਧ ਸਵੇ ਬੇਬੇ ਨਾਨਕੀ ਭਾਈਆ ਜੈ ਰਾਮ ਅਤੇ ਉਹ ਸਾਰਾ ਸਾਧ ਸੰਗੀ ਪਰਿਵਾਰ ਇਕੱਠਾ ਹੋਇਆ ਅਤੇ ਅਸੀਂ ਬਿਰਧ ਹਾਂ ਤੁਸੀਂ ਛੱਡ ਕੇ ਚੱਲੇ ਹਾਂ। ਅਤੇ ਮਹਾਰਾਜ ਨੇ ਕੋਈ ਉਹਨਾਂ ਨੂੰ ਸੰਤੁਸ਼ਟ ਕੀਤਾ, ਇਹ ਠੀਕ ਹੈ ਤੁਹਾਡੀ ਸੇਵਾ ਹੈ। ਪਰ ਸਾਰਾ ਸੰਸਾਰ ਦੁਖੀ ਹੈ, ਮੁਗਲਾਂ ਦਾ ਰਾਜ ਹੈ ਕਿ ਜੈਸ ਨੂੰ ਆਵੇ ਕਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਲਾ ਲਓ, ਪਾਪ ਕੀ ਜਾਂਦੇ ਲੈ ਕਾਬਲੋਂ ਧਾਰਾ ਜੋਰੀ ਮੰਗਾ ਦਾਨ ਮਿਲਾ ਲਓ। ਕਿੰਨਾ ਕਹਿਰ ਹੋ ਰਿਹਾ। ਹੁਣ ਤੁਹਾਡੇ ਬਜ਼ੁਰਗਾਂ ਨੂੰ ਸਾਂਭਾਂਗੇ, ਸਾਰੇ ਸੰਸਾਰ ਦੇ ਬਜ਼ੁਰਗ, ਲੜਕੀਆਂ ਬੇਵਾ ਹੋ ਰਹੀਆਂ, ਬੱਚੇ ਯਤੀਮ ਹੋ ਰਹੇ ਆ। ਫਿਰ ਉਹਨਾਂ ਨੇ ਆਪ ਇਜਾਜ਼ਤ ਦਿੱਤੀ, ਇਹ ਨਹੀਂ ਕਿ ਮਾਂ ਪਿਓ ਤੋਂ ਪਰਵਾਰੇ ਹੋ ਕੇ ਸੱਸ ਸਹੁਰੇ ਤੋਂ ਗਏ ਆ, ਪਹਿਲਾਂ ਉਹਨਾਂ ਦੀ ਆਤਮਾ ਨੂੰ ਪੂਰਾ ਸੰਤੁਸ਼ਟ ਕੀਤਾ, ਸੰਤੁਸ਼ਟ ਕਰਕੇ ਉਹਨਾਂ ਦੀ ਆਗਿਆ ਲੈ ਕੇ ਫਿਰ ਚੜ੍ਹਿਆ ਸੋਧਣ ਧਰਤ ਲੁਕਾਈ।
ਜਿਹੜੇ ਕੰਮ ਲਈ ਆਏ ਸੀ ਕਲਮਲ ਹੋਈ ਮੇਦਨੀ, ਅਰਦਾਸ ਕਰਾਂ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਸੋ ਇਸ ਕਰਕੇ ਸਾਧ ਸੰਗਤ ਜੀ, ਕਿਉਂਕਿ ਉਸ ਵੇਲੇ ਦਾ ਹਾਲਾਤ ਰਾਜੇ ਆਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ, ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ ਸੀ। ਅਤੇ ਫਿਰ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ। ਅੱਜ ਅਸੀਂ ਗੁਰੂ ਮਹਾਰਾਜ ਦਾ ਇਹ ਵਿਆਹ ਪੁਰਬ ਦਾ ਸਮਾਗਮ ਪਿੱਛੇ ਕਰੋਨਾ ਹੋਣ ਕਰਕੇ ਇਹ ਵਿੱਚ ਥੋੜ੍ਹਾ ਸੰਖੇਪ ਰੂਪ ਤਾਂ ਪਾਠ ਹੋਏ ਸੀ, ਸਾਰਾ ਕੁਛ ਹੋਇਆ ਸੀ, ਪਰ ਪਾਬੰਦੀ ਸੀ ਬਹੁਤੇ ਇਕੱਠਾਂ ਦੇ, ਜਿਹਦੇ ਕਾਰਨ ਨਗਰ ਕੀਰਤਨ ਜਿਹੜਾ ਸਮਾਗਮ ਸੀ ਇਹ ਨਹੀਂ ਸੀ ਹੋ ਸਕਿਆ। ਐਤਕੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਦੀ ਮੈਨੇਜਿੰਗ ਕਮੇਟੀ, ਸਾਰੇ ਸੇਵਾਦਾਰ, ਬਟਾਲੇ ਦੀ ਸੰਗਤ, ਸੁਲਤਾਨਪੁਰ, ਵਿਚਾਰ ਕੀਤਾ ਵੀ ਹੁਣ ਥੋੜ੍ਹਾ ਬਿਮਾਰੀ ਨੂੰ ਮੋੜਾ ਪਿਆ ਕਿ ਆਪਾਂ ਢਿੱਲ ਮੱਠ ਨਾ ਕਰੀਏ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕੱਲ੍ਹ ਵੀ ਵਰਸ਼ਾ ਕਾਫੀ ਸੀ, ਅੱਜ ਵੀ ਬੱਦਲ ਹੈ ਗਿਣਮਿਣਿਆ, ਪਰ ਸੰਗਤਾਂ ਦਾ ਵੀ ਜਿਹੜਾ ਪਿਆਰ ਅਤੇ ਅਥਾਹ ਠਾਠਾਂ ਮਾਰਿਆ ਇਕੱਠ, ਔਰ ਸਾਰੇ ਜਥੇਬੰਦੀਆਂ ਮਹਾਂਪੁਰਖ ਵੀ ਆ ਰਹੇ ਆ। ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਨ। ਅੱਜ ਰਾਮਪੁਰ ਖੇੜੇ ਸਾਡੇ ਸੰਤ ਸਮਾਜ, ਸਾਰੀਆਂ ਜਥੇਬੰਦੀਆਂ ਦੇ ਮਹਾਂਪੁਰਖਾਂ ਨੇ ਆ ਕਿਸਾਨਾਂ 'ਤੇ ਜਿਹੜਾ ਜ਼ੁਲਮ ਹੋ ਰਿਹਾ, ਇਸ ਸੰਬੰਧ 'ਚ ਮੀਟਿੰਗ ਵੀ ਰੱਖੀ ਹੋਈ ਹੈ 1 ਵਜੇ, ਕਿ ਆਪਾਂ ਕਿਸ ਤਰ੍ਹਾਂ ਰੋਕਥਾਮ ਕਰੀਏ। ਇਹ ਬੜਾ ਭਾਰੀ ਜ਼ੁਲਮ ਹੋ ਰਿਹਾ, ਇਹਦੇ ਲਈ ਆਪਾਂ ਭਾਵੇਂ ਮਹਾਂਪੁਰਖ ਉੱਤੇ ਲੰਗਰ ਲਾ ਕੇ ਵੀ ਬੈਠੇ ਆ। ਜਿੱਦਣ ਦਾ ਸ਼ੁਰੂ ਹੋਇਆ 9-10 ਮਹੀਨੇ ਹੋਏ ਆ, ਕੋਈ ਸਾਧੂ ਹੁਣ ਪਿੱਛੇ ਨਹੀਂ ਰਿਹਾ, ਚੜ੍ਹਦੀ ਕਲਾ ਦੇ ਨਾਲ ਕਿਸਾਨਾਂ ਨੂੰ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇ ਰਹੇ। ਫਿਰ 23-24 ਫਿਰ ਵੀ ਉੱਥੇ ਉਹਨਾਂ ਨੇ ਇਹ ਇਕੱਠ ਵਗੈਰਾ ਮਹਾਂਪੁਰਸ਼ਾਂ ਨੇ ਰੱਖਿਆ। ਇਸ ਵਾਸਤੇ ਅੱਜ ਉੱਥੇ ਇਹ ਵੀ ਰੱਖਿਆ ਕਿ ਆਪਾਂ, ਕਿਉਂਕਿ ਕਿਸਾਨ ਜਿਹੜੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਅੰਨਦਾਤਾ, ਅੰਨੋ ਹੀ ਬ੍ਰਹਮ ਉਪਾਸਤੇ, ਜਪਿਆ ਨਾਮ ਅੰਨ ਕੇ ਸਾਥ। ਕਿਉਂਕਿ ਜਿਹੜਾ ਕਿਸਾਨ ਆ, ਹਾਂਜੀ, ਕਿਸੇ ਕੋ ਕਿੰਨਾ ਸੋਨਾ ਚਾਂਦੀ ਹੈ, ਨੋਟ ਆ ਉਹ ਨਹੀਂ ਖਾਣਾ, ਅੰਨ ਖਾਣਾ, ਜਲ ਛਕਣਾ। ਪਰ ਦੇਖੋ ਐਸੀ ਹਿੰਡੇ ਨਾਲ ਲੋਕਾਂ ਨੇ ਧਾਰੀ ਹੋਈ ਹੈ, ਹਾਂਜੀ, 700-800 ਬੰਦਾ ਮਰ ਗਿਆ, ਕੋਈ ਕਾਨੂੰਨ, ਕੋਈ ਅਦਾਲਤ ਦੇਖ ਨਹੀਂ ਰਹੀ ਕਿ ਇੰਨੇ ਕਤਲ ਜਿਹੜੇ ਉਹ ਕਿਹਨਾਂ ਦੇ ਸਿਰ 'ਤੇ, ਇੰਨਾ ਜ਼ੁਲਮ ਹੋ ਰਿਹਾ। ਇਹ ਧੰਨ ਗੁਰੂ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਸੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਸ ਵਾਸਤੇ ਸੱਚ ਦਾ ਵੇਲਾ, ਇਸ ਵਾਸਤੇ ਅੱਜ ਅਸੀਂ ਵਿਆਹ ਪੁਰਬ ਦੇ ਸਮਾਗਮ ਇਕੱਠੇ ਹੋਏ ਹਾਂ। ਇਹ ਸਾਰਿਆਂ ਨੂੰ ਹਮੇਸ਼ਾ ਵੈਸੇ ਕਰਦੇ ਰਹੀਦਾ। ਪੰਥ ਵਿੱਚ ਜਿਹੜੇ ਬਖੇੜੇ ਪਏ ਨਾ, ਆਪੋ ਆਪਣੇ ਅਤੇ ਗਿਲੇ ਗੁੱਸੇ ਛੱਡ ਕੇ ਨਾ ਸ਼੍ਰੀ ਅਕਾਲ ਸਰਪ੍ਰਸਤੀ ਮਹਾਰਾਜ ਦੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਤੁਰੋ, ਇਹਦਾ ਚੜ੍ਹਦੀ ਕਲਾ। ਅਤੇ ਜੇ ਆਪੋ ਆਪਣੀ ਡੁਗਡੁਗੀ ਖੜਕਾਵਾਂਗੇ, ਅੱਗੇ ਵੀ ਮਾਰ ਖਾਈ ਜਾਂਦੇ, ਹੋਰ ਮਾਰ ਖਾਵਾਂਗੇ। ਇਸ ਵਾਸਤੇ ਜਿਹੜਾ ਏਕਤਾ ਯੂਨਿਟੀ ਹੈ, ਇਹਦਾ ਹੀ ਬੜਾ ਭਾਰੀ ਬਲ ਹੁੰਦਾ। ਦੇਖੋ ਗਲੋਟੇ ਦਾ ਧਾਗਾ ਆ, ਵਿੱਚੋਂ ਐਂ ਟੁੱਟ ਜਾਂਦਾ, ਪਰ ਜਿਹਦਾ ਰੱਸਾ ਵੱਟ ਲਈਏ ਨਾ, ਉਹ ਹਾਥੀ ਨੂੰ ਵੀ ਬੰਨ੍ਹ ਲੈਂਦਾ ਹੈਗਾ, ਉਹੀ ਗਲੋਟੇ ਦਾ ਧਾਗਾ। ਯੂਨਿਟੀ, ਏਕਤਾ, ਇਤਿਹਾਸ। ਇਸ ਕਰਕੇ ਮਹਾਰਾਜ ਦੇ ਗੁਰਪੁਰਬ ਮਨਾਉਣ ਦਾ ਇਹ ਵੀ ਮਤਲਬ ਹੈ, ਸਾਡੇ ਸਾਰਿਆਂ ਦੇ ਮਨਾਂ 'ਚ ਜਿਹੜੇ ਕੋਈ ਬਖੇਵੇਂ ਆ, ਜਿਹੜੇ ਇਕੱਠੇ ਹੋ ਕੇ ਬੈਠਾਂਗੇ, ਗਿਲੇ ਸ਼ਿਕਵੇ ਦੂਰ ਹੋਣ, ਪ੍ਰੇਮ ਪਿਆਰ ਨਾਲ ਰਲ ਮਿਲ ਕੇ ਚਲੀਏ। ਜੋ ਮਹਾਰਾਜ ਦਾ ਸਿਧਾਂਤ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵਾ ਜੋੜੀ, ਗੁਰਮੁਖ ਬੈਠੋ ਸਭਾ ਵਿਛੋ। ਇਸ ਕਰਕੇ ਸਤਸੰਗੀਓ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਪੰਜ ਪਿਆਰੇ ਸਾਹਿਬਾਨ ਨੂੰ ਮਹਾਰਾਜ ਦੀ ਹਜ਼ੂਰੀ ਸਮੇਂ ਨਾਲ ਪਹੁੰਚਣਾ ਚਾਹੀਦਾ, ਤਾਂ ਜੋ ਸਫ਼ਰ ਵੀ ਕਾਫੀ ਲੰਮਾ ਆ। ਅਤੇ ਰਾਤ ਦੀਆਂ ਵੀ ਸੰਗਤਾਂ ਆਈਆਂ ਬਟਾਲੇ ਤੋਂ, ਜੀ ਆਇਆਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਇੱਥੋਂ ਦੀਆਂ ਸੰਗਤਾਂ ਦਾ ਵੀ, ਅਤੇ ਜਿਹੜੇ ਮਹਾਂਪੁਰਖ ਜਥੇਬੰਦੀਆਂ ਅਤੇ ਸਹਿਯੋਗ ਦੇ ਰਹੇ ਪ੍ਰਬੰਧਕਾਂ ਨੂੰ, ਉਹਨਾਂ ਦਾ ਵੀ। ਅਤੇ ਬਾਕੀ ਬੇਨਤੀ ਪਹਿਲਾਂ ਵੀ ਕੀਤੀ ਹੈ ਕਿ ਨਗਰ ਕੀਰਤਨ ਜਿਹੜੇ ਜਾਣਾ, ਅਤੇ ਮਹਾਰਾਜ ਦੀ ਸਵਾਰੀ ਦਾ
ਸਤਿਕਾਰ ਰੱਖਣਾ। ਜਿਹੜੇ ਗੁਰੂ ਗ੍ਰੰਥ ਸਾਹਿਬ ਸਰੂਪ ਜਾਣਾ ਕਿ ਉਹ ਸੇਵਾਦਾਰਾਂ ਨੂੰ ਸਰੂਪ ਸੀਸ 'ਤੇ ਹੁੰਦਾ, ਚੌਰ ਵਾਲੇ ਨੂੰ ਚੌਰ ਨਹੀਂ ਕਰਨ ਦਿੰਦੇ, ਦੇਹ ਤੱਕ ਨੂੰ ਤੱਕਾ, ਇਹ ਠੀਕ ਨਹੀਂ। ਠੇਡਾ ਵਜੇ ਬੇਅਦਬੀ ਹੋਣ ਦਾ ਡਰ ਹੁੰਦਾ। ਇਸ ਕਰਕੇ ਅਸੀਂ ਮੋਹਰੇ ਇੱਕ ਸਾਨੂੰ ਆ ਬਿਮਾਰੀ ਹੈ ਅਤੇ ਮੇਰੀ ਚੈਨਲ 'ਚ ਫੋਟੋ ਆ ਜਾਏਗੀ, ਆਹ ਹੋ ਜਾਏਗਾ, ਇਹ ਕਿਹਾ ਛੋਟੀ ਛੋਟੀਆਂ ਗੱਲਾਂ। ਗੁਰੂ ਮਹਾਰਾਜ ਦਾ ਜਿਹੜਾ ਸਤਿਕਾਰ ਆ, ਹਾਂਜੀ, ਅਦਬ ਆ, ਉਹਨੂੰ ਮੁੱਖ ਰੱਖ ਕੇ ਸਾਰੀਆਂ ਸੰਗਤਾਂ ਨੇ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹਾਂ। ਫਿਰ ਮਗਰ ਜਾਣਾ। ਉਹ 5 ਪਿਆਰੇ ਹੈ, 5 ਦਿਲਾਰੇ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਹੈ। ਪਿੱਛੇ ਐਨ ਚੱਲੋ, ਉਹਦੇ 'ਚ ਮਹਾਰਾਜ ਦੀ ਖੁਸ਼ੀ ਹੈ। ਅਨੁਸ਼ਾਸਨ 'ਚ ਰਹਿਣਾ, ਡਿਸਿਪਲਿਨ 'ਚ ਰਹਿਣਾ। ਬਾਕੀ ਜਿਹੜੇ ਨਗਰ ਕੀਰਤਨ ਜਾਣਾ, ਉਹ ਵੀ ਸਕੂਟਰਾਂ ਵਾਲੇ ਸਕੂਟਰ ਕਈ ਵਾਰੀ ਮਾਰਦੇ, ਮੈਂ ਉਹ ਤੋਂ ਅੱਗੇ ਉਹ ਤੋਂ ਐਕਸੀਡੈਂਟ ਦਾ ਵੀ ਡਰ ਹੁੰਦਾ। ਬਾਕੀ ਟਰੈਫਿਕ ਜਨਾ ਜਾਣਾ, ਕੋਈ ਹਸਪਤਾਲ ਜਾ ਰਿਹਾ, ਕਿਸੇ ਨੇ ਏਅਰਪੋਰਟ 'ਤੇ ਜਾਣਾ, ਉਹ ਵੀ ਆਪਾਂ ਕਰੀਏ ਤਾਂ ਵਿਘਨ ਪੈਂਦਾ। ਅਗਲੇ ਦਾ ਜਹਾਜ਼ ਮਿਸ ਹੋ ਜਾਏ ਜਾਂ ਮਰੀਜ਼ ਆ, ਉਹਦਾ ਆਪਰੇਸ਼ਨ ਆ, ਉਹਦਾ ਨੁਕਸਾਨ ਹੋਵੇ, ਟਰੈਫਿਕ ਵੀ ਜਾਮ ਨਹੀਂ ਕਰਨੀ। ਆਪੋ ਆਪਣੀ ਸਾਈਡ ਦੇ ਉੱਤੇ ਲਾਈਨ ਬੰਨ੍ਹ ਕੇ ਜਿਹੜੇ ਤੁਰਾਂਗੇ ਕਿ ਕਿਸੇ ਪ੍ਰਕਾਰ ਦਾ 5 ਪਿਆਰੇ ਆ ਗਿਆ ਜੀ ਅਤੇ 7 ਵਜੇ ਜੀ, 7 ਵਜੇ ਠੀਕ ਹੈ ਜੀ, ਬਹੁਤ ਵਧੀਆ। ਕਿਉਂਕਿ ਇੱਕ ਨੇ ਕਹੀ ਦੂਏ ਨਾ ਮੰਨੀ, ਦੋਨੋਂ ਬ੍ਰਹਮ ਗਿਆਨੀ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਆ, 7 ਵਚਨ ਸਾਧੂ ਉਪਦੇਸ਼, 7 ਤੇ ਜਨ ਜਾ ਕੇ ਰਹਿ ਗਏ। ਭਾਈ ਸਰਵਣ ਸਿੰਘ ਕਲਾਰ ਸਾਹਿਬ ਉਹ ਕਹਿੰਦੇ ਵੀ ਆਪਾਂ ਹੁਣ ਅਰਦਾਸਾਂ ਸੋਧੀਏ ਅਤੇ ਸਮੇਂ ਨਾਲ ਫਿਰ ਪਹਿਲੀ ਅਖਬਾਰਾਂ 'ਚ ਆਪਾਂ 7 ਦਾ ਦਿੱਤਾ ਸੀ। ਮੈਂ ਤਾਂ ਪਹਿਲਾਂ ਬੇਨਤੀ ਕੀਤੀ ਸੀ ਵੀ ਆਪਾਂ ਪੂਰੇ ਭੋਗ ਪਾਈਏ, ਪਰ ਫਿਰ ਸੇਵਾਦਾਰ ਕਹਿੰਦੇ ਹੋਰ ਥੋੜ੍ਹਾ ਟਾਈਮ, ਕਿਉਂਕਿ ਸਮੇਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗਿਆਨੀ ਜੀ ਪੜ੍ਹੋ ਆਖਰੀ ਪੰਕਤੀਆਂ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ। ਸਾਧ ਗਿਆਨੀ ਜੀ ਆਨੰਦ ਸਾਹਿਬ ਪਾਠ ਕਰਨਗੇ। ਅਰਦਾਸ ਵੀ ਸਾਰੇ ਜੁੜੀਏ। ਮਹਾਰਾਜ ਦਾ ਸ਼੍ਰੀ ਮੁਖ ਵਾਕ ਪ੍ਰਸ਼ਾਦ ਲੈ ਕੇ ਅਤੇ ਫਿਰ ਮਹਾਰਾਜ ਸਵਾਰੀ ਸਤਿਕਾਰ ਨਾਲ ਚਾਲੇ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।